ਪਿਆਰੇ ਵਿਦਿਆਰਥੀਓ ਨਮਸਕਾਰ। ਅੱਜ ਦਾ ਜਿਹੜਾ ਸਾਡਾ ਟੌਪਿਕ ਆ ਉਹ ਹੈ ਡੀਸੀ ਜਨਰੇਟਰ ਦੀਆਂ ਕਿਸਮਾਂ, ਟਾਈਪਸ ਆਫ ਡੀਸੀ ਜਨਰੇਟਰ। ਕਿੰਨੇ ਤਰ੍ਹਾਂ ਦੇ ਜਨਰੇਟਰ ਹੁੰਦੇ ਨੇਗੇ, ਉਹਨਾਂ ਬਾਰੇ ਅੱਜ ਅਸੀਂ ਵਿਸਤਾਰ ਦੇ ਵਿੱਚ ਚਰਚਾ ਕਰਾਂਗੇ। ਤੁਹਾਡੇ ਪੇਪਰਾਂ ਦੇ ਵਿੱਚ ਕਾਫੀ ਇੰਪੋਰਟੈਂਟ ਟੌਪਿਕ ਹੈਗਾ ਇਹ, ਵਾਰ-ਵਾਰ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਹੈਗਾ ਕਿ ਕਿਹੜੇ ਜਨਰੇਟਰ ਦੇ ਅੰਦਰ ਕਿੰਨੀ ਵੋਲਟੇਜ ਪੈਦਾ ਹੁੰਦੀ ਹੈਗੀ। ਜੇ ਕਿਸੇ ਜਨਰੇਟਰ ਦੇ ਉੱਪਰ ਲੋਡ ਵੱਧ ਜੇ ਤਾਂ ਵੋਲਟੇਜ ਵਧੇਗੀ ਕਿ ਘਟੇਗੀ। ਕਿਸੇ ਜਨਰੇਟਰ ਦੇ ਉੱਪਰ ਆਪਾਂ ਉਹਨੂੰ ਨੋ ਲੋਡ 'ਤੇ ਚਲਾਈਏ ਕਿੰਨੀ ਕੁ ਵੋਲਟੇਜ ਹੋਏਗੀ। ਜਾਂ ਫਿਰ ਆਪਾਂ ਕਹੀਏ ਕਿਸੇ ਜਨਰੇਟਰ ਦੀ ਫੀਲਡ ਵਾਈਂਡਿੰਗ ਬਾਰੇ ਪੁੱਛੇ ਵੀ ਉਹਦੀਆਂ ਤਾਰਾਂ ਜਿਹੜੀਆਂ ਹੋਣਗੀਆਂ ਉਹ ਪਤਲੀਆਂ ਹੋਣਗੀਆਂ ਜਾਂ ਮੋਟੀਆਂ ਹੋਣਗੀਆਂ। ਜਾਂ ਫਿਰ ਜਿਹੜਾ ਡੀਸੀ ਜਨਰੇਟਰ ਹੈਗਾ ਉਹ ਕਿੱਥੇ ਵਰਤਿਆ ਜਾਂਦਾ ਹੈਗਾ, ਕਿਹੜੀ ਕਿਸਮ ਕਿੱਥੇ ਵਰਤੀ ਜਾਂਦੀ ਹੈ। ਇਹ ਕੁਝ ਕੁਐਸਚਨਸ ਨੇਗੇ ਜਿਨ੍ਹਾਂ ਦੇ ਆਨਸਰਸ ਅੱਜ ਅਸੀਂ ਲੱਭਣ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵਿੱਚ। ਕੰਸੈਪਟ ਦੇ ਨਾਲ, ਲੌਜਿਕ ਦੇ ਨਾਲ ਕੁਐਸਚਨ ਕਰਵਾਉਂ ਸਾਰੇ। ਕੋਈ ਇਹ ਨਹੀਂ ਹੈਗਾ ਕਿ ਰੱਟਾ ਹੀ ਮਾਰਨ ਦੀ ਵੀ ਲੋੜ ਪਊਗੀ ਤੁਹਾਨੂੰ, ਇੱਕ ਵੀ ਚੀਜ਼ ਰੱਟਾ ਮਾਰਨ ਦੀ ਲੋੜ ਨਹੀਂ ਪੈਣੀ ਹੈਗੀ। ਸਿਰਫ ਇੱਕ ਵਾਰੀ ਪੂਰੀ ਵੀਡੀਓ ਨੂੰ ਦੇਖਣਾ ਤੁਸੀਂ। ਤਾਂ ਕਿਸਮਾਂ ਤੋਂ ਸਟਾਰਟ ਕਰਦੇ ਹਾਂ। ਪਿਛਲੀ ਵੀਡੀਓ ਦੇ ਵਿੱਚ ਹਲਕਾ ਜਿਹਾ ਹਿੰਟ ਤੁਹਾਨੂੰ ਦੇਤਾ ਸੀਗਾ। ਹੁਣ ਇਹ ਹੈਗੇ ਨੇ ਜਿਹੜੀਆਂ ਡੀਸੀ ਜਨਰੇਟਰ ਹੁੰਦੀਆਂ ਕਿਸਮਾਂ ਹੁੰਦੀਆਂ ਨੇਗੀਆਂ, ਉਹ ਡਿਪੈਂਡ ਕਰਦੀਆਂ ਨੇਗੀਆਂ ਕਿ ਜਿਹੜਾ ਸਾਡੇ ਕੋਲ ਜਨਰੇਟਰ ਹੈਗਾ। ਇੱਕ ਜਨਰੇਟਰ ਬੇਸਿਕਲੀ ਦੋ ਚੀਜ਼ਾਂ ਤੋਂ ਮਿਲ ਕੇ ਬਣਿਆ ਹੋਇਆ। ਇੱਕ ਤਾਂ ਬਾਹਰਲੇ ਪਾਸੇ ਇਹਦੇ ਹੁੰਦਾ ਹੈਗਾ ਫੀਲਡ, ਇੱਕ ਇਹਦੇ ਅੰਦਰਲੇ ਪਾਸੇ ਹੁੰਦਾ ਆਰਮੇਚਰ। ਆਰਮੇਚਰ ਦੇ ਵਿੱਚ ਵਾਈਂਡਿੰਗ ਪਈ ਹੁੰਦੀ ਹੈਗੀ ਜਿਹੜੀ ਕਿ ਘੁੰਮਦੀ ਹੈਗੀ, ਅਤੇ ਆਹ ਜਿਹੜੇ ਬਾਹਰਲੇ ਪਾਸੇ ਫੀਲਡ ਪਏ ਨੇਗੇ ਇਹ ਕੀ ਪੈਦਾ ਕਰਦੇ ਆ, ਇਹ ਚੁੰਬਕ ਪੈਦਾ ਕਰਦੇ ਹੈਗੇ। ਅਤੇ ਇਹ ਚੁੰਬਕ ਕਿਵੇਂ ਬਣਾਇਆ ਜਾ ਰਿਹਾ ਹੈਗਾ, ਇਹਨੂੰ ਅਸੀਂ ਕਹਿੰਦੇ ਹੈਗੇ ਐਕਸਾਈਟੇਸ਼ਨ। ਮਤਲਬ ਜਿਹੜੀ ਦੇ ਉੱਪਰ ਵਾਈਂਡਿੰਗ ਪਈ ਹੈਗੀ, ਇਹ ਵਾਈਂਡਿੰਗ ਦੇ ਅੰਦਰ ਜਿਹੜਾ ਤਾਰ ਹੈਗੀ, ਤਾਰ ਦੇ ਅੰਦਰ ਪਹਿਲਾਂ ਕਰੰਟ ਨੂੰ ਲੰਘਾਇਆ ਜਾਂਦਾ ਹੈਗਾ। ਠੀਕ ਹੈ, ਜਦੋਂ ਕਰੰਟ ਲਗਾਵਾਂਗੇ ਤਾਂ ਤਾਰ ਦੇ ਆਲੇ ਦੁਆਲੇ ਇੱਕ ਚੁੰਬਕ ਬਣ ਜੂਗਾ। ਉਹ ਚੁੰਬਕ ਇਸ ਜਨਰੇਟਰ ਦੇ ਅੰਦਰਲੇ ਪਾਸੇ ਸੈਟਅਪ ਹੋ ਜੂਗਾ। ਉਸ ਤੋਂ ਬਾਅਦ ਜਦੋਂ ਆਪਾਂ ਆਰਮੇਚਰ ਘੁਮਾਵਾਂਗੇ ਤਾਂ ਆਰਮੇਚਰ ਦੇ ਵਿੱਚ ਵੋਲਟੇਜ ਪੈਦਾ ਹੋ ਜੂ। ਇਹ ਤਾਂ ਹੈਗਾ ਬੇਸਿਕ ਕੰਸੈਪਟ। ਓਕੇ, ਇਸ ਤੋਂ ਬਾਅਦ ਦੇਖੋ ਹੁਣ ਇਹ ਚੁੰਬਕ ਜਿਹੜੀ ਬਣਦੀ ਹੈਗੀ ਇਹਦੇ ਕਨੈਕਸ਼ਨ ਕਿੱਦਾਂ ਦੇ ਹੁੰਦੇ ਆ, ਉਹਦੇ ਹਿਸਾਬ ਨਾਲ ਅਸੀਂ ਜਨਰੇਟਰ ਬਣਾ ਲਏ। ਜਿਵੇਂ ਪਹਿਲਾ ਹੈਗਾ ਸੈਪਰੇਟਲੀ ਐਕਸਾਈਟਡ ਡੀਸੀ ਜਨਰੇਟਰ। ਜਿਹੜੇ ਵੱਖਰੇ ਤੌਰ ਦੇ ਉੱਪਰ ਆਪਾਂ ਬੈਟਰੀ ਲਗਾਉਂਦੇ ਹੈਗੇ ਆਪਾਂ, ਤਾਂ ਆਪਾਂ ਜਿਹੜਾ ਜਨਰੇਟਰ ਹੈਗਾ ਉਹਦੇ ਅੰਦਰ ਜਿਹੜੀ ਵੋਲਟੇਜ ਹੈਗੀ ਉਹ ਪੈਦਾ ਹੁੰਦੀ ਆ। ਆਪਾਂ ਇਕੱਲੇ ਨੂੰ ਡਿਸਕਸ ਕਰਦੇ ਹਾਂ। ਮੋਟੇ ਤੌਰ ਦੇ ਉੱਪਰ ਜਿਹੜੇ ਨੇਗੇ ਉਹ ਕਿੰਨੇ ਤਰ੍ਹਾਂ ਦੇ ਨੇਗੇ, ਦੋ ਤਰ੍ਹਾਂ ਦੇ, ਇੱਕ ਸੈਪਰੇਟਲੀ ਐਕਸਾਈਟਡ, ਇੱਕ ਸੈਲਫ ਐਕਸਾਈਟਡ। ਸੈਲਫ ਐਕਸਾਈਟਡ ਦੀਆਂ ਅੱਗੇ ਤਿੰਨ ਕਿਸਮਾਂ ਨੇਗੀਆਂ, ਸੀਰੀਜ਼, ਠੀਕ ਹੈ ਜੀ, ਸ਼ੰਟ ਅਤੇ ਕੰਪਾਊਂਡ। ਇਹ ਤਿੰਨ ਕਿਸਮਾਂ ਨੇਗੀਆਂ। ਇੱਕ ਇੱਕ ਕਰਕੇ ਚੰਗੀ ਤਰ੍ਹਾਂ ਸਾਰਿਆਂ ਨੂੰ ਜਾਣਦੇ ਹੈਗੇ। ਸਭ ਤੋਂ ਪਹਿਲਾਂ ਜਿਹੜਾ ਸਟਾਰਟ ਕਰਦੇ ਹੈਗੇ ਆਪਾਂ ਉਹ ਹੈਗਾ ਸੈਪਰੇਟਲੀ ਐਕਸਾਈਟਡ। ਸੈਪਰੇਟਲੀ ਐਕਸਾਈਟਡ ਡੀਸੀ ਜਨਰੇਟਰ। ਅੱਜ ਮੈਂ ਥੋੜ੍ਹੇ ਇਹਨਾਂ ਨਾਲ ਤੁਹਾਨੂੰ ਗ੍ਰਾਫ ਬਣਵਾਊਂਗਾ ਬੱਚੇ, ਉਹ ਵੀ ਧਿਆਨ ਨਾਲ ਦੇਖਣੇ ਨੇਗੇ। ਦੇਖੋ ਇਹਦੀ ਪਹਿਲਾਂ ਦਾ ਡਾਇਗਰਾਮ ਦੇਖ ਲਓ। ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਦੋਂ ਵੀ ਆਹ ਵਾਈਂਡਿੰਗ ਇੱਦਾਂ ਦੀ ਬਣੇਗੀ ਹੈ ਨਾ, ਆਹ ਇਹਦਾ ਮਤਲਬ ਉਹ ਵਾਈਂਡਿੰਗ ਹੋਏਗੀ ਜਿਹੜੀ ਪੋਲ ਬਣਾਉਂਦੀ ਹੈਗੀ। ਹੁਣ ਇਹ ਸੈਪਰੇਟਲੀ ਆ, ਮਤਲਬ ਵੱਖਰੇ ਤੌਰ ਦੇ ਉੱਪਰ ਐਕਸਾਈਟ ਕੀਤਾ ਜਾਂਦਾ। ਵੱਖਰੇ ਤੌਰ 'ਤੇ ਐਕਸਾਈਟ ਕਰਦਾ ਕੌਣ ਹੈ ਇਹਨੂੰ? ਇੱਕ ਬੈਟਰੀ ਐਕਸਾਈਟ ਕਰਦੀ ਹੈ, ਡੀਸੀ ਸੋਰਸ। ਇੱਕ ਬੈਟਰੀ ਹੈ ਜਿਹੜੀ ਉਹ ਇਹਨੂੰ ਐਕਸਾਈਟ ਕਰਦੀ ਹੈ। ਜਿਹੜੀ ਬੈਟਰੀ ਹੈਗੀ ਇਹਦੀ ਆਪਣੀ ਕੋਈ ਨਾ ਕੋਈ ਵੋਲਟੇਜ ਹੋਵੇਗੀ, ਇਹਦੀ ਆਪਣੀ ਇਸ ਵਾਈਂਡਿੰਗ ਦੀ ਕੋਈ ਨਾ ਕੋਈ ਰੈਜ਼ਿਸਟੈਂਸ ਹੋਵੇਗੀ, ਅਤੇ ਇੱਥੇ ਕੋਈ ਨਾ ਕੋਈ ਕਰੰਟ ਫਲੋ ਕਰ ਜਾਏਗਾ। ਜਦੋਂ ਕਰੰਟ ਫਲੋ ਹੋਏਗਾ ਚੁੰਬਕ ਪੈਦਾ ਹੋ ਜਾਏਗੀ। ਉਹਦੇ ਨਾਲ ਅੰਦਰ ਉਹਦੇ ਵਿੱਚ ਪਿਆ ਹੈਗਾ ਆਰਮੇਚਰ, ਅਤੇ ਜਿਹੜਾ ਇਹ ਆਰਮੇਚਰ ਪਿਆ ਹੈਗਾ ਇਹਦੇ ਅੰਦਰ ਵੋਲਟੇਜ ਪੈਦਾ ਹੋ ਜਾਏਗੀ। ਇਹਦੇ ਨਾਲ ਲੱਗਿਆ ਹੋਵੇਗਾ ਲੋਡ, ਇੱਦਾਂ RL। ਬੱਚੇ ਧਿਆਨ ਰੱਖਣ ਜੋ ਗੱਲ ਇੱਥੇ ਇਹ ਹੈ ਵੀ ਇੱਕ ਦੋ ਚੀਜ਼ਾਂ ਤੁਹਾਨੂੰ ਦੱਸੂਗਾ ਮੈਂ। ਜਦੋਂ ਵੀ ਮੈਂ ਕਹੂੰਗਾ IL ਕਰੰਟ, ਤਾਂ IL ਉਹ ਕਰੰਟ ਹੋਵੇਗਾ ਬੱਚੇ ਜਿਹੜਾ ਲੋਡ ਦੇ ਅੰਦਰ ਫਲੋ ਹੋ ਰਿਹਾ। ਲੋਡ ਵਿੱਚ ਫਲੋ ਹੋਣ ਵਾਲਾ ਕਰੰਟ, ਮਤਲਬ ਇਹ ਕਿੱਥੋਂ ਨਿਕਲੇਗਾ? ਇਹ ਆਰਮੇਚਰ ਦੇ ਵਿੱਚੋਂ ਨਿਕਲਿਆ ਅਤੇ ਆਹ ਲੋਡ ਦੇ ਵਿੱਚ ਚਲਾ ਗਿਆ। ਇੱਕ ਸੀਰੀਜ਼ ਸਰਕਟ ਆ, ਸੀਰੀਜ਼ ਦੇ ਵਿੱਚ ਕਰੰਟ ਸੇਮ ਹੁੰਦਾ ਹੈ ਨਾ, ਪਤਾ ਸਾਨੂੰ। ਹਾਂ, ਸੀਰੀਜ਼ ਦੇ ਵਿੱਚ ਜਿਹੜੀ ਵੋਲਟੇਜ ਹੁੰਦੀ ਹੈਗੀ ਉਹ ਹਮੇਸ਼ਾ ਜਦੋਂ ਪੈਦਾ ਹੋਵੇਗੀ ਇੱਥੇ EG ਉਹ ਵੱਧ ਹੋਵੇਗੀ। ਅਤੇ ਜੇ ਮੈਂ ਇੱਥੇ ਉਹਨੂੰ ਦੇਖਾਂ ਵੀ ਲੋਡ 'ਤੇ ਟਰਮੀਨਲਾਂ ਦੇ ਉੱਪਰ ਕਿੰਨੀ ਵੋਲਟੇਜ ਆ, ਇਹਨੂੰ ਆਪਾਂ ਵੋਲਟੇਜ ਨੂੰ ਕਹਿੰਦੇ ਟਰਮੀਨਲ ਵੋਲਟੇਜ।
ਕਿਸੇ ਵੀ ਜਨਰੇਟਰ ਦੇ ਅੰਦਰ ਦੋ ਤਰ੍ਹਾਂ ਦੀਆਂ ਵੋਲਟੇਜ ਹੁੰਦੀਆਂ ਨੇਗੀਆਂ। ਇੱਕ ਹੁੰਦੀ ਆ ਈਜੀ ਜਿਹੜੀ ਪੈਦਾ ਹੋਈ ਆ, ਠੀਕ ਹੈ ਜੀ। ਪੈਦਾ ਹੋਣ ਤੋਂ ਬਾਅਦ ਕੁਛ ਨਾ ਕੁਛ ਉਹਦੇ ਵਿੱਚ ਡਰੋਪ ਹੋਣਗੇ, ਅਤੇ ਜਿਹੜੀ ਬਾਹਰ ਪਹੁੰਚੇਗੀ ਸਾਡੇ ਕੋਲ ਨੈੱਟ, ਉਹਨੂੰ ਅਸੀਂ ਕਹਾਂਗੇ ਟਰਮੀਨਲ ਵੋਲਟੇਜ। ਤਾਂ ਜਦੋਂ ਵੀ ਮੈਂ ਟਰਮੀਨਲ ਵੋਲਟੇਜ ਕਹੂੰਗਾ ਤਾਂ ਤੁਸੀਂ ਹਿਸਾਬ ਲਾ ਲਿਓ ਵੀ ਟਰਮੀਨਲ ਵੋਲਟੇਜ ਕਿਹੜੀ ਹੈ, ਜਿਹੜੀ ਲੋਡ ਦੇ ਕ੍ਰਾਸ, ਚਾਹੇ ਟਰਮੀਨਲ ਵੋਲਟੇਜ ਕਹਿ ਲਓ ਚਾਹੇ ਲੋਡ ਵੋਲਟੇਜ ਕਹਿ ਲਓ, ਵੀ ਲੋਡ ਦੇ ਕ੍ਰਾਸ ਜਿਹੜੀ ਵੋਲਟੇਜ ਆ ਉਹ ਕਿੰਨੀ ਹੈਗੀ, ਚਾਹੇ ਉਹ ਕਹਿ ਲਓ, ਇੱਕ ਹੀ ਗੱਲ ਆ ਬੱਚੇ। ਉਹ ਹਮੇਸ਼ਾ ਇੱਥੇ ਅੰਦਰ ਵੱਧ ਹੋਏਗੀ, ਅੰਦਰ ਬਾਹਰੇ ਹਮੇਸ਼ਾ ਇਹ ਘੱਟ ਹੋਏਗੀ। ਕਿਉਂਕਿ ਦੇਖੋ ਜਿਹਦਾ ਸਰਕਟ ਬਣਾਈਏ, ਮੰਨ ਲਓ ਇੱਥੇ ਕੋਈ ਬੈਟਰੀ ਹੈਗੀ, ਠੀਕ ਹੈ। ਜੇ ਬੈਟਰੀ ਦੇ ਵਿੱਚ ਇੱਕ ਇੱਥੇ ਰਜਿਸਟੈਂਸ ਲੱਗੀ ਹੈ, ਇੱਥੇ ਇੱਕ ਰਜਿਸਟੈਂਸ ਲੱਗੀ ਹੈਗੀ, ਡੀਸੀ ਸਰਕਟ ਤੁਸੀਂ ਸਾਰਿਆਂ ਨੇ ਪੜ੍ਹਿਆ ਹੈਗਾ। ਇੱਥੇ ਮੰਨ ਲਓ ਮੈਂ ਕਹਿ ਰਿਹਾ ਵੀ 10 ਵੋਲਟ ਹੈਗਾ, ਇੱਥੇ 1 ਵੋਲਟ 1 ਓਹਮ ਆ, ਇੱਥੇ ਤੁਹਾਡੇ ਕੋਲ ਹੈਗਾ ਗਾ ਜੀ 4 ਓਹਮ। ਤਾਂ ਟੋਟਲ ਇਹਦੇ ਵਿੱਚ ਕਰੰਟ ਕਿੰਨਾ ਫਲੋ ਹੋਊ ਬੱਚਿਓ? ਟੋਟਲ ਵੋਲਟੇਜ ਹੈਗੀ ਕਿੰਨੀ ਹੈਗੀ ਵੋਲਟੇਜ 10, ਅਤੇ ਟੋਟਲ ਰਜਿਸਟੈਂਸ 1 ਅਤੇ 4 ਆਪਸ ਦੇ ਵਿੱਚ ਸੀਰੀਜ਼ ਦੇ ਵਿੱਚ ਨੇ 5। ਕਿੰਨਾ ਕਰੰਟ ਫਲੋ ਹੋਇਆ? 2 ਐਂਪੀਅਰ। ਤਾਂ 2 ਐਂਪੀਅਰ ਕਰੰਟ ਆ ਜਿਹੜਾ ਇੱਥੇ, ਜਦੋਂ 2 ਐਂਪੀਅਰ ਕਰੰਟ ਫਲੋ ਹੋਊਗਾ, ਇੱਥੇ ਵੋਲਟੇਜ ਕਿੰਨੀ ਬਣੂਗੀ ਬੱਚਿਓ? 2 ਵੋਲਟ। ਤਾਂ ਇੱਥੇ ਵੋਲਟੇਜ ਕਿੰਨੀ ਪਹੁੰਚੂਗੀ? 4 ਨੂੰ ਆਪਾਂ 2 ਨਾਲ, ਕਿਉਂਕਿ ਵੋਲਟੇਜ ਦਾ ਫਾਰਮੂਲਾ ਕੀ ਹੁੰਦਾ? ਵੋਲਟੇਜ ਡਰੋਪ ਦਾ I ਗੁਣਾ R। ਵੀ ਕਰੰਟ ਜਿਹੜਾ ਕਰੰਟ ਫਲੋ ਹੋ ਰਿਹਾ, ਕਿੰਨਾ ਕਰੰਟ ਫਲੋ ਹੋ ਰਿਹਾ? 2। 2 ਨੂੰ 1 ਨਾਲ ਗੁਣਾ ਕੀਤਾ 2 ਵੋਲਟ ਆ ਗਿਆ, 2 ਨੂੰ 4 ਨਾਲ ਗੁਣਾ ਕੀਤਾ 8 ਵੋਲਟ ਆ ਗਿਆ। ਤਾਂ ਜਿਹੜਾ 10 ਵੋਲਟ ਆ 2 ਹਿੱਸਿਆਂ 'ਚ ਵੰਡਿਆ ਗਿਆ, 2 ਵੋਲਟ ਅਤੇ 8 ਵੋਲਟ। 8 ਵੋਲਟ ਸਾਡੀ ਇੱਕ ਤਰ੍ਹਾਂ ਦੀ ਟਰਮੀਨਲ ਵੋਲਟੇਜ ਹੈਗੀ, 2 ਵੋਲਟ ਜਿਹੜੀ ਸਾਡੀ ਅੰਦਰ ਖਤਮ ਹੋ ਗਈ। ਹੁਣ ਜਨਰੇਟਰ ਦੇ ਕੇਸ ਦੇ ਵਿੱਚ ਅੰਦਰ ਖਤਮ ਕੀ ਹੋ ਰਿਹਾ? ਜਨਰੇਟਰ ਦੇ ਕੇਸ ਦੇ ਵਿੱਚ ਜਿਹੜੀ ਜਨਰੇਟਰ ਦੀ ਵਾਈਂਡਿੰਗ ਹੁੰਦੀ ਆ, ਉਸ ਵਾਈਂਡਿੰਗ ਦੀ ਆਪਣੀ ਕੋਈ ਨਾ ਕੋਈ ਰਜਿਸਟੈਂਸ ਹੋਵੇਗੀ। ਉਸ ਰਜਿਸਟੈਂਸ ਦੇ ਅੰਦਰ ਜਦੋਂ ਕਰੰਟ ਲੰਘੇਗਾ ਤਾਂ ਇੱਥੇ ਕੋਈ ਨਾ ਕੋਈ ਵੋਲਟੇਜ ਦਾ ਡਰੋਪ ਹੋਵੇਗਾ। VR, ਇਹਨੂੰ ਆਪਾਂ ਕਹਿ ਲਓ VR, ਵੋਲਟੇਜ ਡਰੋਪ, ਰਜਿਸਟੈਂਸ ਦੇ ਕ੍ਰਾਸ ਹੋਣ ਵਾਲਾ ਡਰੋਪ। ਇਹ ਗੱਲ ਸਮਝ ਲੱਗ ਗਈ ਬੱਚਿਓ? ਤਾਂ ਹੁਣ ਉਹ ਹੁੰਦਾ ਕਿੰਨਾ ਗਾ? ਆਪਾਂ ਸੈਪਰੇਟਲੀ ਵਾਸਤੇ ਇੱਕ ਫਾਰਮੂਲਾ ਲਿਖ ਦਿਆਂਗੇ। ਜ਼ਿਆਦਾਤਰ ਉਹ ਫਾਰਮੂਲਾ ਸਾਰੇ ਕੇਸਿਸ ਦੇ ਵਿੱਚ ਸੇਮ ਹੀ ਰਹੇਗਾ, ਸੀਰੀਜ਼ ਨੂੰ ਛੱਡ ਕੇ। ਉਹ ਕੀ ਆ ਫਾਰਮੂਲਾ ਬੱਚਿਓ? ਉਹ ਫਾਰਮੂਲਾ ਤੁਸੀਂ ਬਹੁਤ ਧਿਆਨ ਨਾਲ ਯਾਦ ਕਰਨਾ ਗਾ, ਉਹਦੀ ਬਹੁਤ ਇੰਪੋਰਟੈਂਸ ਆ। ਦੇਖੋ ਜਿਹੜੀ ਈਜੀ ਹੈਗੀ ਉਹ ਪਹਿਲਾਂ ਪੈਦਾ ਹੋਈ ਹੈ ਨਾ, ਫਿਰ ਉਹਦੇ ਵਿੱਚੋਂ ਮਾਈਨਸ ਕਰ ਦੇਣਾ। ਦੇਖੋ ਜੇ ਮੈਂ ਇੱਥੇ ਲਿਖਾਂ ਵੀ ਤੁਹਾਡੇ ਕੋਲ ਟੋਟਲ ਵੋਲਟੇਜ ਹੈਗੀ ਆ 10 - 2 ਬਰਾਬਰ ਹੈ 8। 8 ਕੀ ਹੈ? ਟਰਮੀਨਲ ਵੋਲਟੇਜ। ਆਹ ਕੀ ਹੈ? ਜਿਹੜੀ ਟੋਟਲ ਪੈਦਾ ਹੋਈ ਹੈਗੀ। ਆਹ ਕੀ ਹੈ? ਜਿਹੜੇ ਡਰੋਪ ਨੇਗੇ, IR ਡਰੋਪ। ਤਾਂ ਈਜੀ ਦੇ ਵਿੱਚੋਂ ਆਪਾਂ ਡਰੋਪ ਮਾਈਨਸ ਕਰਨੇ ਆ। ਜਿਹੜਾ ਆਰਮੇਚਰ ਦੇ ਅੰਦਰ ਕਰੰਟ ਫਲੋ ਹੋ ਰਿਹਾ ਉਹਦਾ ਨਾਂ ਲਿਖ ਲਓ ਆਪਾਂ ਆਰਮੇਚਰ ਕਰੰਟ, IA। ਇੱਥੇ ਬੇਸ਼ੱਕ ਲਿਖ ਲਓ ਵੀ IA ਕੀ ਹੁੰਦਾ ਗਾ? ਆਰਮੇਚਰ ਕਰੰਟ। ਮੋਟਰ ਚਾਹੇ ਜਨਰੇਟਰ ਕੋਈ ਵੀ ਹੋਵੇ, ਜਦੋਂ IA ਲਿਖਤਾ ਉਹਦਾ ਮਤਲਬ ਆ ਆਰਮੇਚਰ ਕਰੰਟ, ਜਦੋਂ IL ਲਿਖਤਾ ਉਹਦਾ ਮਤਲਬ ਆ ਲੋਡ ਕਰੰਟ। ਚਾਹੇ ਜਨਰੇਟਰ ਕੋਈ ਵੀ ਹੋਵੇ, ਇਹ ਚੀਜ਼ਾਂ ਕਦੇ ਚੇਂਜ ਨਹੀਂ ਹੁੰਦੀਆਂ ਹੈਗੀਆਂ। ਤਾਂ IA ਨੂੰ ਆਪਾਂ ਗੁਣਾ ਕਿਹਦੇ ਨਾਲ ਕਰਾਂਗੇ? ਰੋਟਰ ਦੀ ਜਿਹੜੀ ਆਪਾਂ ਆਰਮੇਚਰ ਆ ਉਹਦੀ ਰਜਿਸਟੈਂਸ ਦੇ ਨਾਲ, RA ਬਰਾਬਰ ਹੈ ਕੀ ਬਣ ਜੂਗਾ? VT। I ਨੂੰ ਯਾਦ ਰੱਖਣਾ ਬੱਚੋ, ਬਹੁਤ ਇੰਪੋਰਟੈਂਟ ਆ ਇਹ, 1 ਨੰਬਰ। ਠੀਕ ਹੈ ਜੀ। ਹੁਣ ਜੇ ਮੈਂ ਇਹਨੂੰ ਡਾਇਗਰਾਮ ਨੂੰ ਦੁਬਾਰੇ ਬਣਾਵਾਂ, ਧਿਆਨ ਨਾਲ ਸਮਝਿਓ ਤੁਸੀਂ। ਇਹਦੇ ਵਿੱਚ ਮੈਂ ਚਲੋ ਜੇ ਤੁਹਾਨੂੰ ਬਾਹਲਾ ਕੁਛ ਬਣ ਗਿਆ ਇੱਥੇ, ਮੈਂ ਤੁਹਾਨੂੰ ਇੱਕ ਸ਼ਬਦ ਦੇ ਵਿੱਚ ਹਲਕਾ ਜਿਹਾ ਸਮਝਾ ਦਿੰਦਾ, ਤੁਹਾਨੂੰ ਹਿੰਟ ਜਿਹਾ ਦੇ ਦਿੰਦਾ ਗਾ। ਮੈਂ ਸਿਰਫ ਬੱਚਿਓ ਇਹ ਕਹਿਣਾ ਚਾਹੁੰਦਾ ਗਾ ਵੀ ਜਿੰਨੀ ਤੁਸੀਂ ਵੋਲਟੇਜ ਪੈਦਾ ਕਰੋਗੇ ਸਾਰੀ ਬਾਹਰੇ ਨਹੀਂ ਆਉਂਦੀ ਹੈਗੀ, ਠੀਕ ਹੈ। ਮੰਨ ਲਓ ਤੁਸੀਂ ਖਾਣਾ ਖਾਧਾ ਗਾ, 5 ਰੋਟੀਆਂ ਤੁਸੀਂ ਖਾਧੀਆਂ ਨੇ, 5 ਰੋਟੀਆਂ ਵੱਲੋਂ ਪੈਦਾ ਕੀਤੀ ਗਈ ਜਿਹੜੀ ਟੋਟਲ ਤਾਕਤ ਹੋਏਗੀ ਨਾ, ਉਹ ਟੋਟਲ ਤਾਕਤ ਦਾ ਤੁਸੀਂ ਕੰਮ ਨਹੀਂ ਕਰ ਸਕਦੇ। ਥੋੜ੍ਹੀ ਜਿਹੀ ਤਾਕਤ ਤੁਹਾਡੇ ਅੰਦਰ ਹੀ ਰਹਿ ਜਾਏਗੀ। ਜਿਹੜੇ ਤੁਹਾਡੇ ਅੰਦਰ ਬਾਡੀ ਫੰਕਸ਼ਨ ਹੋ ਰਿਹਾ ਉਹਨੂੰ ਵੀ ਊਰਜਾ ਚਾਹੀਦੀ ਹੈਗੀ, ਥੋੜ੍ਹੀ ਊਰਜਾ ਉੱਥੇ ਹੀ ਰਹਿ ਜਾਏਗੀ। ਉਹੀ ਚੀਜ਼ ਮੈਂ ਇੱਥੇ ਕਹਿ ਰਿਹਾ ਵੀ ਜਿਹੜੇ ਮੇਰੇ ਕੋਲੇ ਅੰਦਰਲੇ ਪਾਸੇ ਜਿਹੜਾ ਬੱਚੇ ਉਹ ਹੈਗਾ, ਜਿਹੜਾ ਅੰਦਰਲੇ ਪਾਸੇ ਆਪਣੇ ਕੋਲੇ ਆਰਮੇਚਰ ਹੈਗਾ, ਇਸ ਆਰਮੇਚਰ ਦੀ ਕੋਈ ਨਾ ਕੋਈ ਰਜਿਸਟੈਂਸ ਵੀ ਆ, ਵਾਈਂਡਿੰਗ ਜਾਂ ਲੈਪ ਬਾਊਂਡ ਆ, ਵੇਵ ਬਾਊਂਡ ਆ, ਇਹਦੀ ਆਪਣੀ ਕੋਈ ਨਾ ਕੋਈ ਰਜਿਸਟੈਂਸ ਹੈਗੀ। ਅਤੇ ਇਹਦੇ ਵਿੱਚੋਂ ਜਦੋਂ ਕਰੰਟ ਲੰਘੇਗਾ ਬੱਚੇ, IA ਕਰੰਟ ਲੰਘੇਗਾ ਜਦੋਂ, ਤਾਂ ਉੱਥੇ ਵੋਲਟੇਜ ਡਰੋਪ ਹੋ ਜਾਣਗੇ, IA RA ਅੰਦਰੇ ਖਾਧੀ ਜਾਏਗੀ ਵੋਲਟੇਜ। ਅਤੇ ਬਾਹਰਲੇ ਪਾਸੇ ਜਿਹੜੀ ਵੋਲਟੇਜ ਆਏਗੀ ਉਹ ਥੋੜ੍ਹੀ ਜਿਹੀ ਘੱਟ ਹੋਏਗੀ। ਕਿਹਦੇ ਨਾਲੋਂ? ਉਹ ਘੱਟ ਹੋਏਗੀ ਬੱਚਿਓ ਤੁਹਾਡੀ EG ਨਾਲੋਂ। EG ਘੱਟ, ਸਭ ਤੋਂ ਵੱਧ EG ਹੈਗੀ, ਉਹਦੇ ਵਿੱਚੋਂ ਆ ਮਾਈਨਸ ਹੋਇਆ ਅਤੇ ਆਨਸਰ ਆ ਗਿਆ। ਲਗਭਗ ਮੰਨ ਲਓ ਤੁਹਾਡੇ ਕੋਲੇ ਕੋਈ ਨਾ ਕੋਈ ਵੋਲਟੇਜ ਵਾਲੀ, ਤੁਹਾਡੇ ਕੋਲੇ ਕੋਈ ਨਾ ਕੋਈ ਮਸ਼ੀਨ ਆ ਗਈ, ਕੋਈ ਜਨਰੇਟਰ ਆ 220 ਵੋਲਟ ਦਾ, ਤਾਂ 220 ਵੋਲਟ ਅੰਦਰ 240 ਵੋਲਟ ਬਣ ਰਹੇ ਹੋਣਗੇ, 20 ਵੋਲਟ ਦਾ ਡਰੋਪ ਹੁੰਦਾ 220 ਬਾਹਰ ਆਉਂਦੇ ਹੁੰਦੇ। ਇੱਕ ਇਹ ਨੋਰਮਲ ਜਿਹੀ ਐਗਜ਼ਾਮਪਲ ਦੇ ਰਿਹਾ ਮੈਂ ਤੁਹਾਨੂੰ। ਕਲੀਅਰ ਹੋ ਗਈ ਜੀ ਗੱਲ? ਇਹਦੇ ਵਿੱਚ ਕੀ ਹੁੰਦਾ ਬੱਚੋ? ਸੈਪਰੇਟਲੀ ਐਕਸਾਈਟਡ DC ਜਨਰੇਟਰ ਦੇ ਵਿੱਚ ਹੁਣ ਸਾਨੂੰ ਪਤਾ ਵੀ ਜਿਹੜੀ ਆਹ EG ਹੈਗੀ, ਧਿਆਨ ਨਾਲ ਸੁਣੋ, ਜਿਹੜੀ ਇਹ EG ਹੈਗੀ ਇਹ ਹੁੰਦੀ ਆ P5ZN/60A। ਆਹ ਫਾਰਮੂਲਾ ਤੁਹਾਨੂੰ ਉਹਦੇ ਕਰਵਾਇਆ ਸੀਗਾ।
ਮੰਨ ਲਓ ਆਪਾਂ ਸਪੀਡ ਆ ਜਿਹੜੀ ਉਹਨੂੰ ਆਪਾਂ ਫਿਕਸ ਰੱਖਿਆ ਹੋਇਆ, ਇਹਨੂੰ ਕੰਡਕਟਰ ਜਿਹੜੇ ਨੇਗੇ ਉਹ ਵੀ ਜਿਹੜੇ ਪੈ ਗਏ ਉਹ ਪਹਿਲਾਂ ਪੈ ਗਏ, ਫਲਕਸ ਵੀ ਸੇਮ ਆ, ਜਿਹੜਾ ਪੋਲ ਆ ਉਹ ਵੀ ਸੇਮ ਆ। ਸਾਡੇ ਕੋਲੇ ਸਾਡੇ ਹੱਥ 'ਚ ਇੱਕੋ ਹੀ ਚੀਜ਼ ਆ, ਫਲਕਸ। ਹੁਣ ਜਿਹੜਾ ਇਹਦੇ ਇੱਥੇ ਅਸੀਂ ਆਹ ਵਾਈਂਡਿੰਗ ਲਾਈ ਹੈਗੀ ਹੈ ਨਾ, ਫੀਲਡ ਵਾਈਂਡਿੰਗ, ਉਹਦੇ ਨਾਲ ਆਪਾਂ ਇੱਥੇ ਲਾਈ ਹੋਈ ਆ ਵੋਲਟੇਜ। ਮੰਨ ਲਓ ਇਹਦੇ ਨਾਲ ਇੱਕ ਰਜਿਸਟੈਂਸ ਲਗਾ ਦਈਏ, ਤਾਂ ਜਦੋਂ ਰਜਿਸਟੈਂਸ ਨੂੰ ਵਧਾਵਾਂਗੇ ਜਾਂ ਘਟਾਵਾਂਗੇ ਤਾਂ ਸਾਡੇ ਕੋਲ ਕਰੰਟ ਹੋਊਗਾ, ਜਿਹੜਾ ਫੀਲਡ ਕਰੰਟ ਉਹ ਵਧੂ ਘਟੂਗਾ ਨਾ। ਤਾਂ ਫੀਲਡ ਕਰੰਟ ਜੇ ਕਦੇ ਵਧੂਗਾ ਜਾਂ ਫੀਲਡ ਕਰੰਟ ਘਟੂਗਾ ਤਾਂ ਸਾਡੀ ਈਜੀ ਵੀ ਵੱਧ ਜਾਂ ਘਟ ਜਾਵੇਗੀ। ਇਹਦਾ ਮਤਲਬ ਇੱਕ ਸੈਪਰੇਟਲੀ ਐਕਸਾਈਟਡ DC ਜਨਰੇਟਰ 'ਚ ਈਜੀ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਕਾਹਦੇ ਨਾਲ ਵਧਾਉਣਾ ਘਟਾਉਣਾ ਗਾ? ਫੀਲਡ ਦਾ ਕਰੰਟ ਵਧਾ ਕੇ, ਫੀਲਡ ਦਾ ਕਰੰਟ ਵੱਧ ਘੱਟ ਕਰਕੇ, ਕੁਛ ਵੀ ਕਰਕੇ। ਜੇ ਵੱਧ ਕਰੋਗੇ ਤਾਂ ਵੱਧ ਜੂਗੀ ਵੋਲਟੇਜ, ਘੱਟ ਕਰੋਗੇ ਤਾਂ ਘੱਟ ਜੂ ਵੋਲਟੇਜ। ਇਹ ਸਾਰੀਆਂ ਗੱਲਾਂ ਬਾਤਾਂ ਸੀਗੀਆਂ ਤੁਹਾਡੀਆਂ ਕਾਹਦੀਆਂ? ਸੈਪਰੇਟਲੀ ਐਕਸਾਈਟਡ DC ਜਨਰੇਟਰ ਦੀਆਂ। ਹੁਣ ਇਹ ਜੇ ਆਪਾਂ ਚਾਹੀਏ ਵੀ ਇਹ ਜਿਹੜੀ ਵੋਲਟੇਜ ਆ ਉਹ ਸਾਨੂੰ ਬਿਲਕੁਲ ਫਿਕਸ ਦੇਵੇ ਇੱਥੇ, ਤਾਂ ਜੋ ਉੱਪਰ ਪੜ੍ਹਿਆ ਗਾ ਆਪਾਂ ਉਹਨੂੰ ਸਮਝਣ ਵਾਸਤੇ ਇੱਕ ਨੂਮੈਰੀਕਲ ਕਰ ਲੈਂਦੇ ਹਾਂ। ਕਾਫੀ ਬੱਚੇ ਕਹਿੰਦੇ ਜੀ ਸਾਨੂੰ ਨੂਮੈਰੀਕਲ ਨਾ ਕਰਨੇ ਨਹੀਂ ਆਉਂਦੇ ਹੈਗੇ, ਵੀ ਹੁੰਦੇ ਕੀ ਨੇਗੇ, ਕਿਵੇਂ ਹੁੰਦੇ ਨੇਗੇ। ਬੱਚੇ ਨੂਮੈਰੀਕਲ ਕਰਨ ਵਾਸਤੇ ਨਾ ਸਭ ਤੋਂ ਪਹਿਲਾਂ ਸਾਨੂੰ ਇੱਕ ਫਾਰਮੂਲਾ ਜਿਹੜਾ ਹੁੰਦਾ, ਹਰੇਕ ਮਸ਼ੀਨ ਦਾ ਇੱਕ ਫਾਰਮੂਲਾ ਸਾਨੂੰ ਦੇਖੋ ਯਾਦ ਕਰਨਾ ਪਊਗਾ। ਜਿਵੇਂ ਮੈਂ ਫਾਰਮੂਲਾ ਜਿਹੜਾ ਤੁਹਾਨੂੰ ਯਾਦ ਕਰਾਇਆ, ਆਹ ਫਾਰਮੂਲਾ ਯਾਦ ਕਰਾਇਆ ਵੀ ਟੋਟਲ ਜਿਹੜੀ ਵੋਲਟੇਜ ਹੁੰਦੀ ਹੈਗੀ, ਇਸ ਵੋਲਟੇਜ ਦੇ ਵਿੱਚ ਜੋ ਆਪਾਂ ਡਰੋਪ ਨੂੰ ਆਪਾਂ ਮਾਈਨਸ ਕਰ ਦਿੰਦੇ ਹਾਂ ਤਾਂ ਆਪਣੇ ਕੋਲ ਟਰਮੀਨਲ ਵੋਲਟੇਜ ਰਹਿ ਜਾਂਦੀ ਹੈ। ਅਤੇ ਇਹ ਫਾਰਮੂਲਾ ਯਾਦ ਕਰਨ ਵਾਸਤੇ ਤੁਹਾਨੂੰ DC ਸਰਕਟ ਜਿਹਨੇ ਕੀਤੇ ਆ ਉਹਨੂੰ ਇੰਨੀ ਕੁ ਬੇਸਿਕ ਸਮਝ ਤਾਂ ਆ ਜਾਂਦੀ ਹੁੰਦੀ ਹੈਗੀ ਵੀ ਇਹ ਮਾਈਨਸ ਕਿਉਂ ਹੋ ਰਿਹਾ ਵੋਲਟੇਜ ਡਰੋਪ ਅਤੇ ਪਲੱਸ ਕਿਉਂ ਹੋ ਰਿਹਾ ਹੈਗਾ, ਇਹ ਸਾਰਾ ਕੁਛ ਪਤਾ ਲੱਗ ਜਾਂਦਾ। ਤਾਂ DC ਸਰਕਟ ਨੇਗੇ ਉਹ ਸਾਡੀ ਜੜ ਨੇਗੇ, ਸਾਡਾ ਮੂਲ ਉਹੀ ਹੈਗਾ। ਜੇ ਉਹ ਸਮਝ ਲਏ ਤਾਂ ਇੱਥੇ ਤੱਕ ਆਪਾਂ ਆਰਾਮ ਨਾਲ ਪਹੁੰਚ ਜਾਵਾਂਗੇ। ਇਸ ਕੁਐਸਚਨ ਨੂੰ ਪਿਆਰ ਨਾਲ ਧਿਆਨ ਨਾਲ ਪੜ੍ਹੋ। ਉਹ ਕਹਿੰਦਾ ਕਿਸੇ ਸੈਪਰੇਟਲੀ ਐਕਸਾਈਟਡ DC ਜਨਰੇਟਰ ਦੀ ਓਪਨ ਸਰਕਟ ਵੋਲਟੇਜ 240 ਹੈ। ਹੁਣ ਆ ਉਹਨੇ ਕੀ ਨਵੀਂ ਗੱਲ ਕਹਿਤੀ? ਓਪਨ ਸਰਕਟ ਵੋਲਟੇਜ 240 ਹੈ। ਬੱਚੋ ਮੰਨ ਲਓ ਤੁਹਾਡੇ ਕੋਲ ਇੱਕ ਬੈਟਰੀ ਹੈਗੀ, ਠੀਕ ਹੈ। ਉਹ ਬੈਟਰੀ ਦੀ ਜਦੋਂ ਆਪਾਂ ਲੋਡ ਦੇ ਨਾਲ ਲਗਾ ਦਿੰਦੇ ਹੁੰਦੇ ਨਾ, ਇੱਦਾਂ ਲੋਡ ਦੇ ਨਾਲ ਲਗਾ ਦਿੰਦੇ ਹੁੰਦੇ ਆ, ਤਾਂ ਉੱਥੇ ਜਿਹੜੀ ਵੋਲਟੇਜ ਹੁੰਦੀ ਹੈਗੀ, ਮੰਨ ਲਓ ਇੱਥੇ ਵੋਲਟੇਜ A ਹੈਗੀ, ਇੱਥੇ ਵੋਲਟੇਜ ਹਮੇਸ਼ਾ B ਆਏਗੀ, ਅਤੇ B ਜਿਹੜੀ ਹੋਏਗੀ ਉਹ ਘੱਟ ਹੋਏਗੀ ਕਿਹਦੇ ਨਾਲੋਂ? A ਨਾਲੋਂ। ਇਹ ਪੱਕੀ ਗੱਲ ਹੈਗੀ ਵੀ B ਹਮੇਸ਼ਾ ਘੱਟ ਹੋ, ਕਿਉਂਕਿ ਇੱਥੇ ਵੀ ਨਾ ਕੋਈ ਵੋਲਟੇਜ ਜਿਹੜੀ ਹੈਗੀ ਉਹ ਖਾਧੀ ਜਾਏਗੀ। ਆਹ ਵੋਲਟੇਜ ਮਾਈਨਸ ਹੋ ਜਾਏਗੀ ਇਹਦੇ ਵਿੱਚੋਂ ਆਹ ਵੋਲਟੇਜ ਮਾਈਨਸ ਹੋ ਜਾਏਗੀ ਜਿਹੜੇ ਇੱਥੇ ਡਰੋਪ ਹੋਏ ਹੈਗੇ। ਬਾਈ ਚਾਂਸ ਜੇ ਸਾਨੂੰ ਉਹ ਕਹਿ ਦੇਵੇ ਸਾਨੂੰ ਵੀ ਤੁਹਾਡੇ ਕੋਲੇ ਇੱਕ ਬੈਟਰੀ ਹੈਗੀ ਜਿਹੜੀ ਕਿ ਓਪਨ ਸਰਕਟ ਪਈ ਹੈਗੀ, ਇੱਥੇ ਵੋਲਟੇਜ ਕਿੰਨੀ ਆਏਗੀ? ਹੁਣ ਦੇਖੋ ਬੱਚੋ, ਜੇ ਓਪਨ ਸਰਕਟ ਦਾ ਮਤਲਬ ਹੁੰਦਾ ਵੀ ਕੋਈ ਵੀ ਕਰੰਟ ਦਾ ਫਲੋ ਨਾ ਹੋਣਾ। ਜੇ ਕਿਤੇ ਕਰੰਟ ਨਹੀਂ ਫਲੋ ਹੋ ਰਿਹਾ ਤਾਂ ਵੋਲਟੇਜ ਦਾ ਡਰੋਪ ਜਿਹੜਾ ਹੋਏਗਾ I ਗੁਣਾ R ਉਹ ਵੀ ਕਿੰਨਾ ਹੋਏਗਾ? 0, ਹੋ ਕੇ ਕਰੰਟ 0 ਹੈਗਾ। ਤਾਂ ਉਸ ਵੇਲੇ ਸਾਡੇ ਕੋਲੇ ਜਿੰਨੀ ਵੋਲਟੇਜ ਅੰਦਰ ਹੁੰਦੀ ਆ ਉਹੀ ਵੋਲਟੇਜ ਸਾਡੇ ਕੋਲੇ ਬਾਹਰੇ ਆਉਂਦੀ ਹੁੰਦੀ ਆ। ਇਹ ਤਾਂ ਸੀ ਬੈਟਰੀ ਦੀ ਗੱਲ। ਹੁਣ ਤੁਸੀਂ ਕਹੋਗੇ ਬੈਟਰੀ ਕਿਉਂ ਸਮਝਾ ਰਿਹਾ ਹੈਗਾ? ਬੈਟਰੀ ਤੋਂ ਸਮਝਣਾ ਸੌਖਾ, ਕਿਉਂਕਿ ਇਹਦੇ ਵਿੱਚ ਮੈਂ ਤੁਹਾਨੂੰ ਬੈਟਰੀ ਪੜ੍ਹਾਈ ਹੋਈ ਹੈਗੀ। ਇਹ ਤਾਂ ਜਨਰੇਟਰ ਤਾਂ ਮੈਂ ਤੁਹਾਨੂੰ ਅੱਜ ਪੜ੍ਹਾਉਣ ਲੱਗਿਆ ਤਾਂ ਕਿ ਤੁਸੀਂ ਬੈਟਰੀ ਅਤੇ ਜਨਰੇਟਰ ਨੂੰ ਆਪਸ ਦੇ ਵਿੱਚ ਜੋੜ ਸਕੋ, ਤਾਂ ਪੜ੍ਹਾ ਰਿਹਾ। ਹੁਣ ਮੈਂ ਇਹਨੂੰ ਵੀ ਬਣਾ ਦਿੰਦਾ ਗਾ। ਉਹ ਕਹਿੰਦਾ ਓਪਨ ਸਰਕਟ ਵੋਲਟੇਜ 240। ਇਹਦਾ ਮਤਲਬ ਕੀ ਆ ਬੱਚਿਓ? ਵੀ ਇੱਧਰਲੇ ਪਾਸੇ ਤਾਂ ਚਲੋ ਜਿਹੜੀ ਫੀਲਡ ਵਾਈਂਡਿੰਗ ਲੱਗੀ ਹੋਈ ਆ ਉਹਦੀ ਤਾਂ ਇਹਨੇ ਕੋਈ ਗੱਲ ਕੀਤੀ ਹੋਣੀ ਹੈਗੀ ਹੈ ਨਾ, ਇਹ ਸਰਕਟ ਦੀ ਕੋਈ ਗੱਲ ਹੀ ਨਹੀਂ ਕੀਤੀ। ਉਹਨੇ ਸਿਰਫ ਇਹ ਕਿਹਾ ਗਾ ਕਿ ਜਦੋਂ ਅਸੀਂ ਓਪਨ ਸਰਕਟ ਕਰ ਦਈਏ ਇਹਨੂੰ, ਇੱਥੇ ਜਿਹੜੀ ਵੋਲਟੇਜ ਆਉਂਦੀ ਆ ਉਹ 240 ਆਉਂਦੀ ਆ। ਤਾਂ ਇੱਥੋਂ ਸਮਝਣ ਵਾਲੀ ਗੱਲ ਇਹ ਆ ਬੱਚਿਓ, ਇਹ 240 ਵੋਲਟੇਜ ਉਹ ਵੋਲਟੇਜ ਹੈ ਜਿਹੜੀ ਸਾਡਾ ਆਰਮੇਚਰ ਪੈਦਾ ਕਰੇਗਾ। ਤਾਂ ਇਹਨੂੰ ਆਪਾਂ ਮੰਨਾਂਗੇ ਬੱਚੇ ਟੋਟਲ। ਜਦੋਂ ਓਪਨ ਸਰਕਟ ਵੋਲਟੇਜ ਕਹਿ ਦੇਵੇ ਤਾਂ ਓਪਨ ਸਰਕਟ ਵੋਲਟੇਜ ਜਿਹੜੀ ਹੁੰਦੀ ਹੈਗੀ ਉਹ ਹੁੰਦੀ ਹੈਗੀ ਬੱਚਿਓ EG। ਤਾਂ ਸਾਨੂੰ EG ਦੇਤੀ ਹੈ ਇੱਥੇ 240 ਵੋਲਟ। ਇੰਨੀ ਗੱਲ ਪਤਾ ਲੱਗ ਗਈ। ਯਾਦ ਰੱਖਿਓ, ਜਦੋਂ ਓਪਨ ਸਰਕਟ ਵੋਲਟੇਜ ਕਹਿ ਦੇਵੇ ਤਾਂ ਵੀ, ਜਾਂ ਫਿਰ ਉਹ ਜਨਰੇਟਰ ਵੋਲਟੇਜ ਕਹਿ ਦੇਵੇ, ਜਨਰੇਟਡ ਵੋਲਟੇਜ, ਫਿਰ ਤਾਂ ਹੈਗੀ ਹੀ ਹੈ ਗੱਲ ਕਲੀਅਰ ਵੀ ਹੈਗੀ 240 ਹੈ। ਦੂਜੀ ਗੱਲ ਉਹਨੇ ਕਿਹਾ RA 2 Ω। ਇਹਦਾ ਮਤਲਬ ਜਿਹੜੀ ਆਹ ਆਰਮੇਚਰ ਦੀ ਰੈਜ਼ਿਸਟੈਂਸ ਹੈਗੀ RA, ਇਹਦੀ ਵੈਲਿਊ ਦੇਤੀ ਬੱਚਿਓ 2 Ω। ਕਹਿੰਦਾ ਕਿ ਜੇਕਰ ਜਨਰੇਟਰ ਨੂੰ 20 ਐਂਪੀਅਰ ਕਰੰਟ ਲੈਣ ਵਾਸਤੇ ਵਰਤਿਆ ਜਾਵੇ ਤਾਂ ਲੋਡ ਦੇ ਸਿਰਿਆਂ 'ਤੇ ਕਿੰਨੀ ਵੋਲਟੇਜ? ਬੱਚੇ 20 ਐਂਪੀਅਰ ਕਰੰਟ ਕਿਹਨੂੰ ਚਾਹੀਦਾ ਇਹ ਦੱਸੋ ਪਹਿਲਾਂ ਤਾਂ।
20 ਐਂਪੀਅਰ ਕਰੰਟ ਕਿਹਨੂੰ ਚਾਹੀਦਾ ਹੁੰਦਾ ਗਾ? 20 ਐਂਪੀਅਰ ਕਰੰਟ ਲੋਡ ਨੂੰ ਚਾਹੀਦਾ ਹੁੰਦਾ। 20 ਐਂਪੀਅਰ ਕਰੰਟ ਜਿਹੜਾ ਇੱਥੇ ਅਸੀਂ ਲੋਡ ਲਗਾਵਾਂਗੇ ਰੈਜ਼ਿਸਟੈਂਸ ਦਾ ਕੋਈ ਵੀ, ਇਹਨੂੰ ਚਾਹੀਦਾ ਗਾ 20 ਐਂਪੀਅਰ ਕਰੰਟ। ਇਹਦਾ ਮਤਲਬ ਇਹ ਕਿਹੜਾ ਕਰੰਟ ਹੋ ਗਿਆ? IL। ਤਾਂ ਇਹ ਜਿਹੜਾ ਕਰੰਟ ਆ ਬੱਚੇ ਚਾਹੀਦਾ ਲੋਡ ਨੂੰ, ਤਾਂ ਇਹਨੂੰ ਚਾਹੀਦਾ ਲੋਡ ਕਰੰਟ ਕਹਿ ਲਓ, ਹੈ ਨਾ। ਹੁਣ ਕਿਉਂਕਿ ਸੀਰੀ ਜਿਹੜਾ ਆਪਣਾ ਸੈਪਰੇਟਲੀ ਜਨਰੇਟਰ ਹੈਗਾ, ਇਹਦੇ ਵਿੱਚ ਜਿਹੜਾ ਆਹ ਸਰਕਟ ਹੁੰਦਾ ਲੋਡ ਵਾਲਾ ਜਾਂ ਫਿਰ ਆਰਮੇਚਰ ਕਰੰਟ ਵਾਲਾ, ਇਹ ਇੱਕੋ ਹੀ ਹੁੰਦਾ ਗਾ, ਤਾਂ ਕਰਕੇ ਆਰਮੇਚਰ ਕਰੰਟ ਨੂੰ ਲੋਡ ਕਰੰਟ ਕਿਹਾ ਜਾ ਸਕਦਾ। ਤੈਨੂੰ ਚਾਹੇ IA ਕਹਿ ਲਓ ਚਾਹੇ IL ਕਹਿ ਲਓ, ਕਿਉਂਕਿ ਸੀਰੀ ਦੇ ਵਿੱਚ ਕਰੰਟ ਸੇਮ ਹੁੰਦਾ ਗਾ। ਤਾਂ ਇਹ ਹੈਗਾ ਸਾਡੇ ਕੋਲੇ ਕਿੰਨਾ ਜੀ? 20 ਐਂਪੀਅਰ। ਪੁੱਛਿਆ ਕੀ ਹੈਗਾ? ਲੋਡ ਦੇ ਸਿਰਿਆਂ ਦੇ ਉੱਪਰ ਕਿੰਨੀ ਵੋਲਟੇਜ ਹੋਵੇਗੀ। ਹੁਣ ਕਈ ਵਾਰੀ ਉਹ ਤੁਹਾਨੂੰ ਸਿੱਧਾ ਨਹੀਂ ਪੁੱਛ ਰਿਹਾ ਹੈਗਾ ਵੀ VT ਦੱਸੋ ਜੀ, ਉਹਨੇ ਲੋਡ ਦੇ ਸਿਰਿਆਂ ਦੇ ਵੋਲਟੇਜ ਪੁੱਛ ਲਈ। ਤਾਂ ਹੁਣ ਤੁਸੀਂ ਤੁਹਾਡੇ ਸਾਹਮਣੇ ਦੇਖੋ ਕੀ ਕੁਛ ਆ। ਹੁਣ ਤੁਸੀਂ ਦੇਖਣਾ ਗਾ ਵੀ ਆਹ ਫਾਰਮੂਲਾ ਕਿਹੜਾ ਬਣੂਗਾ। ਇੱਕੋ ਹੀ ਫਾਰਮੂਲਾ ਤਾਂ ਆਪਾਂ ਪੜ੍ਹਿਆ ਵੀ EG ਦੇ ਵਿੱਚੋਂ ਜਦੋਂ ਆਪਾਂ ਵੋਲਟੇਜ IA RA ਆਰਮੇਚਰ ਦੇ ਡਰੋਪ ਮਾਈਨਸ ਕਰ ਦਾਂਗੇ ਤਾਂ ਸਾਡੇ ਕੋਲ ਵੋਲਟੇਜ ਕੀ ਰਹਿ ਜੂਗੀ? VT ਹੀ ਉਹਨੇ ਪੁੱਛੀ ਹੈਗੀ ਇੱਥੇ, ਟਰਮੀਨਲ ਵੋਲਟੇਜ ਦੇ ਸਿਰਿਆਂ 'ਤੇ ਕਿੰਨੀ ਵੋਲਟੇਜ ਹੋਵੇਗੀ। ਤਾਂ ਜਿੱਥੇ ਦਾ ਰਾਜੇ EG ਲਿਖਿਆ ਉੱਥੇ ਦਾ EG ਭਰ ਲਓ, ਉੱਥੇ ਤਾਂ ਮੈਂ 240 ਲਿਖ ਲਿਆ ਮਾਈਨਸ। ਹੁਣ ਜਿਹੜੇ ਆਹ 2 ਲਿਖੇ ਹੋਏ ਹੈਗੇ ਨਾ IA RA, ਇਹਨਾਂ ਦਾ ਕੀ ਕਰੀਏ? ਇਹਨਾਂ ਦੇ ਵਿੱਚ ਕੁਛ ਵੀ ਨਹੀਂ ਲਿਖਿਆ, ਨਾ ਪਲੱਸ ਲਿਖਿਆ ਨਾ ਮਾਈਨਸ। ਇਹ ਹੁੰਦੇ ਬੱਚੇ ਗੁਣਾ, ਜਿਹੜੇ ਇੱਦਾਂ ਲਿਖੇ ਹੋਣ। ਗੁਣਾ ਮਤਲਬ ਡਾਟ, ਜਿੱਥੇ ਡਾਟ ਹੁੰਦਾ ਹੈਗਾ ਮਤਲਬ A ਡਾਟ B ਹੁੰਦਾ, ਇਹਦਾ ਮਤਲਬ A ਨੂੰ ਗੁਣਾ ਕਰ ਦਿਓ B ਦੇ ਨਾਲ, ਇਹ ਮਤਲਬ ਹੁੰਦਾ ਇਹਦਾ। ਤਾਂ ਮਤਲਬ ਗੁਣਾ ਕਿਹਦੇ ਨਾਲ ਹੋਏਗੀ? ਬ੍ਰੈਕਟ 'ਚ ਲਿਖ ਲਾਂਗੇ ਆਪਾਂ। IA ਕਿੰਨਾ ਸਾਡਾ? 20 ਐਂਪੀਅਰ ਦਿੱਤਾ ਉਹਨੇ। ਗੁਣਾ ਕੀ ਨਾਲ ਹੋਊਗੀ? RA ਕਿੰਨਾ ਸਾਡਾ? 2। VT ਇੱਥੋਂ ਕੱਢ ਲਾਂਗੇ। ਪਹਿਲਾਂ ਬ੍ਰੈਕਟ ਸੋਲਵ ਕਰਨੀ ਆ ਆਪਸ ਦੇ ਵਿੱਚ, ਇਹ ਨਹੀਂ ਕਰਨਾ ਵੀ 240 ਤੋਂ ਪਹਿਲਾਂ ਆਪਾਂ 20 ਮਾਈਨਸ ਕਰ ਦਈਏ। ਪਹਿਲਾਂ ਗੁਣਾ ਹੋਊਗੀ, ਫਿਰ ਉਸ ਤੋਂ ਬਾਅਦ ਮਾਈਨਸ ਹੋਏਗਾ। ਤਾਂ ਇਹ ਆ ਗਿਆ 240 ਮਾਈਨਸ 40, 20 ਨੂੰ 2 ਨਾਲ ਗੁਣਾ ਕਰਾਂਗੇ 40 ਆ ਜਾਏਗਾ ਨਾ। 240 ਤੋਂ 40 ਕੱਢੇ ਕਿੰਨੇ ਆ ਗਿਆ? 200। ਤਾਂ ਆਹ ਸਾਡਾ ਆਨਸਰ ਆ ਗਿਆ। ਯਾਦ ਰਹਿ ਜੂਗਾ ਜੀ, ਸੌਖਾ ਹੀ ਹੈਗਾ। ਨੂਮੈਰੀਕਲ ਔਖੇ ਨੇ ਕਿ ਸੋਲਵ ਕਰਨੇ। ਗੱਲ ਸਿਰਫ ਇੰਨੀ ਕੁ ਆ ਵੀ ਜਦੋਂ ਸਾਡੇ ਸਾਹਮਣੇ ਉਹ ਇੱਦਾਂ ਵੈਲਿਊਜ਼ ਦੇ ਦਿੰਦਾ, ਸਾਨੂੰ ਇਹਦੇ ਵਿੱਚ ਚੱਕਣਾ ਨਹੀਂ ਆਉਂਦਾ ਹੈਗਾ ਵੀ ਅਸੀਂ ਇਹਨੂੰ ਕਿੱਦਾਂ, ਇਹਨੂੰ ਆਪਾਂ ਕੀ ਮੰਨੀਏ। ਇਹਨੂੰ ਆਪਾਂ ਜਿਵੇਂ EG ਮੰਨ ਲਿਆ ਹੈ ਨਾ, ਇਹ RA ਹੈਗਾ, ਇੱਥੇ ਤਾਂ RA ਦਿੱਤਾ। ਕਈ ਵਾਰੀ ਕਹਿ ਦੂ ਆਰਮੇਚਰ ਰੈਜ਼ਿਸਟੈਂਸ ਵੀ ਇਹਨੂੰ RA ਮੰਨੀਦਾ ਹੁੰਦਾ। ਇਹਨੂੰ ਕੀ ਮੰਨੀਏ? IL ਮੰਨਣਾ, ਕਿਉਂਕਿ ਇਹ ਤੁਹਾਨੂੰ ਯਾਦ ਇੱਕ ਦੋ ਜਦੋਂ ਕੁਐਸਚਨ ਕਰੋਗੇ ਫਿਰ ਪਤਾ ਲੱਗੂ ਬੱਚਿਓ। ਬਸ ਇਹ ਜੀ ਚੀਜ਼ਾਂ ਤੁਹਾਨੂੰ ਪਤਾ ਲੱਗ ਗਈਆਂ, ਜਦੋਂ ਤੁਹਾਨੂੰ RA ਪਤਾ ਲੱਗ ਗਿਆ, EG ਪਤਾ ਲੱਗ ਗਿਆ, IA ਪਤਾ ਲੱਗ ਗਿਆ, ਫਿਰ ਤਾਂ ਪਤਾ ਲੱਗ ਗਿਆ ਵੀ ਕੁਐਸਚਨ ਜਾ ਕਿੱਧਰ ਨੂੰ ਰਿਹਾ, ਕਿਹੜਾ ਫਾਰਮੂਲਾ ਪੁੱਛੂਗਾ ਉਹ। ਕਲੀਅਰ ਹੋ ਗਈ ਬੱਚਿਓ ਗੱਲ ਇਹ? ਚਲੋ ਇਹਦੇ 'ਚ ਗ੍ਰਾਫ ਵੱਲ। ਅੱਛਾ ਇੱਕ ਚੀਜ਼ ਹੋਰ ਦੇਖੋ, ਇਸੇ ਕੁਐਸਚਨ ਦੇ ਵਿੱਚ ਅਗਲਾ ਗੱਲ ਉਹਨੇ ਕਹਿਤੀ ਹੈਗੀ, ਅਗਲੀ ਗੱਲ, ਜੇਕਰ ਲੋਡ ਵੱਧ ਜਾਵੇ ਤਾਂ ਕੀ ਟਰਮੀਨਲ ਵੋਲਟੇਜ 'ਤੇ ਕੀ ਪ੍ਰਭਾਵ ਪਵੇਗਾ। ਇਹ ਕਿਸੇ ਇੱਕ ਪਰਟੀਕੂਲਰ ਕੁਐਸਚਨ ਦੀ ਉਹ ਨਹੀਂ ਹੈਗੀ ਬੱਚੇ, ਮੈਂ ਨੂਮੈਰੀਕਲ ਸੋਲਵ ਕਰਵਾ ਕੇ ਦਿਖਾ ਰਿਹਾ ਤੁਹਾਨੂੰ। ਇਹ ਹਰ ਚੀਜ਼ ਵਾਸਤੇ, ਹਰ ਜਨਰੇਟਰ ਵਾਸਤੇ ਵੈਲਿਡ ਹੋਵੇਗੀ ਇਹ ਚੀਜ਼ ਵੀ ਜੇਕਰ ਲੋਡ ਵੱਧ ਜੇ ਤਾਂ ਕੀ ਹੋਏਗਾ। ਲੋਡ ਤੁਸੀਂ ਲੋਡ ਵਧਣ ਦਾ ਮਤਲਬ ਕੀ ਹੁੰਦਾ ਬੱਚੇ? ਲੋਡ ਵਧਣ ਦਾ ਮਤਲਬ ਹੁੰਦਾ ਗਾ ਕਰੰਟ ਦਾ ਵੱਧ ਜਾਣਾ। ਲੋਡ ਵਧਣ ਦਾ ਮਤਲਬ ਹੁੰਦਾ ਜਿਹੜਾ ਕਰੰਟ 20 ਸੀਗਾ, ਹੁਣ ਕਰੰਟ ਪਹਿਲਾਂ ਹੀ ਥਾਂ 'ਤੇ ਵੱਧ ਜੂਗਾ। ਤੁਸੀਂ ਆਪਦੇ ਵੱਲੋਂ ਮੰਨ ਲਓ 30 ਹੋ ਗਿਆ, ਇਸ ਤਾਂ ਪ੍ਰਭਾਵ ਇਹ ਦੇਖਣਾ ਗਾ ਇਹਦਾ। ਮੰਨ ਲਓ 30 ਹੋ ਗਿਆ, ਤਾਂ ਹੁਣ 30 ਦੇ ਨਾਲ ਕੀ ਕਰਨਾ ਗਾ? ਹੁਣ 30 ਦੇ ਨਾਲ ਕੱਢ ਕੇ ਦੇਖਣਾ ਅਸੀਂ। ਹੁਣ ਇੱਥੇ ਅਸੀਂ ਆਹ ਫਾਰਮੂਲਾ ਜਿਹੜਾ ਗਾ EG ਸਾਨੂੰ ਪਤਾ ਕਿੰਨੀ ਹੈਗੀ? ਬਿਲਕੁਲ ਪਤਾ, 240 ਮਾਈਨਸ IA ਕਿੰਨਾ ਸਾਡਾ? ਪਹਿਲਾਂ 20 ਸੀਗਾ, ਹੁਣ 30 ਹੈਗਾ। ਰਜਿਸਟੈਂਸ ਤਾਂ ਉਹੀ ਹੈਗੀ, ਤਾਂ ਕੀ ਹੋ ਗਿਆ? 240 ਮਾਈਨਸ 30 ਨੂੰ 2 ਨਾਲ ਕੀਤਾ ਕਿੰਨਾ ਆ ਗਿਆ ਬੱਚੇ? 60। ਤਾਂ 60 ਮਾਈਨਸ ਕੀਤੇ ਵੋਲਟੇਜ ਕਿੰਨੀ ਆ ਗਈ? 180 ਵੋਲਟ। ਜਦੋਂ ਲੋਡ ਵੱਧਦਾ ਗਾ, ਲੋਡ ਵਧਣ ਨਾਲ ਕੀ ਹੁੰਦੇ ਆ? ਡਰੋਪ, ਜਿਹੜੀ ਕਿ ਵੋਲਟੇਜ 'ਚੋਂ ਮਾਈਨਸ ਹੁੰਦਾ, ਡਰੋਪ ਵੱਧ ਜਾਂਦੇ ਹੈਗੇ। ਲੋਡ ਦੇ ਵਧਣ ਨਾਲ ਜਦੋਂ ਕਰੰਟ ਵਧੂਗਾ, ਕਰੰਟ ਦੇ ਵਧਣ ਨਾਲ ਸਾਡੇ ਕੋਲੇ ਡਰੋਪ ਵੱਧ ਜਾਣਗੇ। ਜੇ ਡਰੋਪ ਵੱਧ ਗਏ, ਟੋਟਲ ਜਿਹੜੀ ਵੋਲਟੇਜ ਹੈਗੀ ਉਹ ਕੀ ਹੋ ਜੂਗੀ? ਟੋਟਲ ਵੋਲਟੇਜ ਘੱਟ ਜਾਏਗੀ, ਟਰਮੀਨਲ ਵੋਲਟੇਜ ਘੱਟ ਜਾਏਗੀ। ਤਾਂ ਹੀ ਤਾਂ ਗਰਮੀਆਂ ਦੇ ਵਿੱਚ ਲੋਡ ਵੱਧ ਹੁੰਦਾ, ਉਦੋਂ ਸਾਡੇ ਘਰਾਂ ਦੇ ਵਿੱਚ ਵੋਲਟੇਜ ਘੱਟ ਪਹੁੰਚਦੀ ਹੈਗੀ। ਇਹ ਚੀਜ਼ ਆ ਨਾ ਜਿਹੜੀ ਇਹ ਹਰੇਕ ਚੀਜ਼ ਵਾਸਤੇ ਵੈਲਿਡ ਹੈਗੀ। ਇਹ ਤਾਂ ਚਲੋ ਆਪਾਂ ਜਨਰੇਟਰ ਦੀ ਗੱਲ ਕਰ ਰਹੇ ਹਾਂ। ਪਾਵਰ ਜਿਹੜਾ ਸਿਸਟਮ ਆ ਸਾਡਾ, ਜਿਹੜਾ ਸਾਡੇ ਘਰਾਂ ਤੱਕ ਸਪਲਾਈ ਪਹੁੰਚਦੀ ਹੈਗੀ, ਉਹਦੇ ਵਿੱਚ ਵੀ ਇਹ ਗੱਲ ਤਾਂ ਹੈਗੀ ਓ ਆ
ਵੀ ਜਦੋਂ ਕਦੇ ਵੀ ਸਾਡੇ ਕੋਲੇ ਘਰ ਦੇ ਵਿੱਚ ਲੋਡ ਸਾਡਾ ਵੱਧ ਜਾਂਦਾ ਹੈਗਾ, ਗਰਮੀਆਂ ਦੇ ਵਿੱਚ ਲੋਡ ਵੱਧ ਹੁੰਦਾ ਸਭ ਦਾ, ਉਸ ਵੇਲੇ ਜਿਹੜੀ ਵੋਲਟੇਜ ਹੈਗੀ ਉਹ ਵੀ ਘਟ ਜਾਂਦੀ ਹੈ। ਸਰਦੀਆਂ 'ਚ ਵੋਲਟੇਜ ਪੂਰੀ ਹੁੰਦੀ ਆ। ਆਪਣੇ ਏਸੀ ਚੱਲਦੇ ਨਹੀਂ ਹੈ ਗਰਮੀਆਂ ਦੇ ਵਿੱਚ, ਸਟੈਬਲਾਈਜ਼ਰ ਲਾਉਣੇ ਪੈਂਦੇ ਹੈਗੇ। ਠੀਕ ਹੈ, ਹੁਣ ਜਿਹੜੀ ਲੋਡ ਦੇ ਵਧਣ ਦੇ ਨਾਲ ਸਾਡੇ ਕੋਲੇ ਆਹ ਵੋਲਟੇਜ ਘਟ ਗਈ। ਮੰਨ ਲਓ ਕਿਸੇ ਇਕਵਿਪਮੈਂਟ ਨੂੰ 200 ਵੋਲਟ ਚਾਹੀਦੀ ਸੀਗੀ, ਅਤੇ ਜਦੋਂ ਲੋਡ ਵਧਿਆ ਸਾਡੇ ਕੋਲੇ ਵੋਲਟੇਜ ਘਟ ਗਈ, ਤਾਂ ਇੱਕ ਪ੍ਰੋਬਲਮ ਆ ਨਾ। ਤਾਂ ਇਸ ਪ੍ਰੋਬਲਮ ਨੂੰ ਸੋਲਵ ਕੀਤਾ ਜਾ ਸਕਦਾ ਕਿਹਦੇ ਅੰਦਰ? ਸੈਪਰੇਟਲੀ ਦੇ ਵਿੱਚ, ਹੋਰ ਕਿਸੇ 'ਚ ਨਹੀਂ ਕੀਤਾ ਜਾ ਸਕਦਾ। ਸੈਪਰੇਟਲੀ ਦੇ ਵਿੱਚ ਇਹਨੂੰ ਕਿਵੇਂ ਸੋਲਵ ਕੀਤਾ ਜਾ ਸਕਦਾ? ਅਸੀਂ ਕੀ ਕਰਾਂਗੇ ਵੀ ਜਿਹੜੀ ਸਾਡੇ ਕੋਲੇ ਆਹ ਵਾਈਂਡਿੰਗ ਸੀਗੀ, ਆਹ ਵਾਲੀ ਵਾਈਂਡਿੰਗ, ਇੱਥੇ ਆਪਣੇ ਕੋਲ ਰੈਜ਼ਿਸਟੈਂਸ ਨਹੀਂ ਲੱਗੀ ਹੋਈ ਸੀਗੀ, ਇਸ ਰੈਜ਼ਿਸਟੈਂਸ ਦੀ ਵੈਲਿਊ ਨੂੰ ਘਟਾ ਦਾਂਗੇ, ਅਤੇ ਸਾਡੇ ਕੋਲੇ ਜਿਹੜਾ ਕਰੰਟ ਫਲੋ ਹੋਣ ਲੱਗ ਜੂਗਾ ਫੀਲਡ ਵਾਈਂਡਿੰਗ ਦੇ ਅੰਦਰ, ਉਹ ਪਹਿਲਾਂ ਨਾਲੋਂ ਕੀ ਹੋ ਜੂ, ਜਿਹੜਾ ਫੀਲਡ ਵਾਈਂਡਿੰਗ ਦੇ ਅੰਦਰ ਕਰੰਟ ਫਲੋ ਹੋ ਰਿਹਾ ਹੈਗਾ ਉਹ ਪਹਿਲਾਂ ਨਾਲੋਂ ਵੱਧ ਜੂ, ਕਿਉਂਕਿ ਰੈਜ਼ਿਸਟੈਂਸ ਘਟ ਗਈ ਅਤੇ ਕਰੰਟ ਜਿਹੜਾ ਸਾਡਾ ਉਹ ਵੱਧ ਗਿਆ। ਅਤੇ ਜਦੋਂ ਕਰੰਟ ਵਧੂਗਾ ਤਾਂ ਸਾਡੇ ਕੋਲ ਜਿਹੜਾ ਆਹ ਕੰਪੋਨੈਂਟ ਆ ਫਲਕਸ ਵਾਲਾ, ਫਲਕਸ ਸਾਡੀ ਕੀ ਹੋ ਜੂ? ਵੱਧ ਜੂ। ਅਤੇ ਫਲਕਸ ਦੇ ਵਧਣ ਨਾਲ ਈਜੀ ਜਿਹੜੀ ਸਾਡੀ ਹੋਊਗੀ ਉਹ ਵੀ ਵੱਧ ਜੂਗੀ ਨਾ। ਹੁਣ ਜਦੋਂ ਈਜੀ ਵੱਧ ਗਈ, ਮੰਨ ਲਓ ਤੁਹਾਡੇ ਕੋਲੋਂ ਪਿੱਛੋਂ ਰਾਜੇ 240 ਦੀ ਥਾਂ 'ਤੇ 260 ਵੋਲਟ ਪੈਦਾ ਹੋਣ ਲੱਗ ਗਈ, ਕਿਉਂਕਿ ਫਲਕਸ ਵੱਧ ਗਈ। ਹੁਣ 260 ਦੇ ਵਿੱਚੋਂ ਇਕੱਲਾ 60 ਮਾਈਨਸ ਕਰੋਗੇ, ਤੁਹਾਡੇ ਕੋਲੇ ਵੋਲਟੇਜ ਕਿੰਨੀ ਬਣ ਗਈ? 200 ਵੋਲਟ। ਤਾਂ ਸੈਪਰੇਟਲੀ ਦਾ ਇਹੀ ਫਾਇਦਾ ਹੈਗਾ ਵੀ ਜਦੋਂ ਅਸੀਂ ਕੌਨਸਟੈਂਟ ਵੋਲਟੇਜ ਲੈਣੀ ਹੈਗੀ, ਵੀ ਲੋਡ ਦੇ ਵਧਣ ਨਾਲ ਸਾਡੀ ਵੋਲਟੇਜ ਨਾ ਘਟੇ, ਤਾਂ ਅਸੀਂ ਪਿੱਛੋਂ ਫਲਕਸ ਨੂੰ ਚੇਂਜ ਕਰਕੇ ਟੋਟਲ ਵੋਲਟੇਜ ਨੂੰ ਵਧਾਇਆ ਘਟਾਇਆ ਜਾ ਸਕੇ, ਉੱਥੇ ਅਸੀਂ ਸੈਪਰੇਟਲੀ ਐਕਸਾਈਟਡ DC ਜਨਰੇਟਰ ਵਰਤਦੇ ਹੈਗੇ। ਐਪਲੀਕੇਸ਼ਨ ਪਤਾ ਕੀ ਹੁੰਦੀ ਹੈ? ਐਪਲੀਕੇਸ਼ਨ, ਕਿਸੇ ਵੀ ਚੀਜ਼ ਦੀ ਕੋਈ ਐਪਲੀਕੇਸ਼ਨ ਦਾ ਮਤਲਬ ਹੁੰਦੀ ਹੈ ਵਰਤੋਂ। ਵੀ ਇਹਨਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਆ? ਜਿੱਥੇ ਸਾਨੂੰ ਕੌਨਸਟੈਂਟ ਵੋਲਟੇਜ ਚਾਹੀਦੀ ਹੋਵੇ। ਪਹਿਲੀ ਗੱਲ ਤਾਂ ਇਹ ਜਿਹੜਾ ਮਹਿੰਗਾ ਗਾ, ਆਮ ਨਾਲੋਂ ਇਹ ਜਨਰੇਟਰ ਮਹਿੰਗਾ ਗਾ, ਕਿਉਂਕਿ ਇਹਦੇ ਵਿੱਚ ਵੱਖਰੀ ਇੱਕ ਤੁਹਾਨੂੰ ਬੈਟਰੀ ਲਿਆ ਕੇ ਰੱਖਣੀ ਪੈਂਦੀ ਹੈਗੀ। ਹੁਣ ਜੇ ਬੈਟਰੀ ਤੁਸੀਂ ਰੱਖੀ ਹੈਗੀ, ਬੈਟਰੀ ਨੂੰ ਚਾਰਜ ਵੀ ਕਰਨਾ ਪਊਗਾ, ਅਤੇ ਇਹਦੇ ਨਾਲ ਇੱਕ ਚਾਰਜਰ ਵੀ ਲਾਉਣਾ ਪਊਗਾ ਤੁਹਾਨੂੰ ਕੋਈ ਨਾ ਕੋਈ ਕਿਸੇ ਹਿਸਾਬ ਨਾਲ। ਠੀਕ ਹੈ ਜੀ, ਤਾਂ ਬੈਟਰੀ ਨੂੰ ਸਾਲ ਬਾਅਦ 2 ਸਾਲ ਬਾਅਦ ਬਦਲਣਾ ਵੀ ਪਊਗਾ, ਤਾਂ ਇਹ ਖਰਚੇ ਜਿਹੜੇ ਵਾਧੂ ਦੇ ਨੇਗੇ। ਜਨਰੇਟਰ ਮੰਨ ਲਓ 50,000 ਦਾ ਲੈ ਜਾਂਦਾ, 20,000 ਦੀ ਬੈਟਰੀ ਰੱਖੀ ਜਾਊ ਉਹਦੇ ਵਿੱਚ ਅਲੱਗ ਤੋਂ, ਤਾਂ ਸਾਨੂੰ ਮਹਿੰਗਾ ਪੈਂਦਾ ਗਾ। ਤਾਂ ਸਿਰਫ ਔਰ ਸਿਰਫ ਇੰਡਸਟਰੀਆਂ ਵਾਸਤੇ ਜਿੱਥੇ ਬਹੁਤ ਜ਼ਿਆਦਾ ਕੌਨਸਟੈਂਟ ਵੋਲਟੇਜ ਦੀ ਲੋੜ ਆ, ਜਿਵੇਂ ਕਿ ਇੱਕ ਹੁੰਦੀ ਹੈਗੀ ਇਲੈਕਟ੍ਰੋਪਲੇਟਿੰਗ। ਇਲੈਕਟ੍ਰੋਪਲੇਟਿੰਗ ਹੁੰਦੀ ਹੈਗੀ ਜਿਹਨੂੰ ਆਪਾਂ ਧਾਤ ਨਹੀਂ ਚਾੜਨਾ ਕਹਿੰਦੇ ਹੈਗੇ। ਮੰਨ ਲਓ ਆਪਾਂ ਕਾਪਰ ਦੇ ਉੱਪਰਲੇ ਪਾਸੇ ਆਪਾਂ ਉਹ ਚਾੜ ਦਿੰਦੇ ਹੈਗੇ, ਕੀ ਕਹਿੰਦੇ ਹੁੰਦੇ, ਪਰਤ ਚਾੜ ਦਿੰਦੇ ਹਾਂ ਗੋਲਡ ਦੀ, ਇਹਨੂੰ ਇਲੈਕਟ੍ਰੋਪਲੇਟਿੰਗ ਕਹਿੰਦੇ। ਇੱਥੇ ਸਾਨੂੰ ਕੌਨਸਟੈਂਟ ਵੋਲਟੇਜ ਚਾਹੀਦੀ ਹੁੰਦੀ ਆ, ਤਾਂ ਇਹਦੇ ਵਾਸਤੇ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਜਾਂ ਫਿਰ ਜਿੱਥੇ ਵੀ ਸਾਨੂੰ ਕੌਨਸਟੈਂਟ ਵੋਲਟੇਜ ਚਾਹੀਦੀ ਹੈਗੀ, ਉੱਥੇ ਅਸੀਂ ਇਸ ਜਨਰੇਟਰ ਦੀ ਵਰਤੋਂ ਕਰਦੇ ਹਾਂ। ਅਗਲੇ ਜਨਰੇਟਰ ਵੱਲ ਵੱਧਦੇ ਹੈਗੇ। ਅਗਲਾ ਜਨਰੇਟਰ ਆ ਜਿਹੜਾ ਸਾਡਾ, ਉਹ ਹੈਗਾ ਗਾ ਸੈਲਫ ਐਕਸਾਈਟਡ ਦੇ ਵਿੱਚ। ਪਹਿਲਾ ਹੈਗਾ DC ਸੀਰੀਜ਼ ਜਨਰੇਟਰ, ਉਹਦੇ ਵੀ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝਾਤਾ। ਹੁਣ ਤੁਹਾਨੂੰ ਮੈਂ ਮੋਟਾ ਮੋਟਾ ਦੱਸਣ ਲੱਗਿਆ ਹੈਗਾ, ਕੰਸੈਪਟ ਸਾਰੇ ਕੰਪਲੀਟ ਕਰੂੰਗਾ, ਟੈਨਸ਼ਨ ਨਾ ਲਓ। ਇਹਦੇ ਵਿੱਚ ਕੀ ਹੈਗਾ ਵੀ ਸਾਡੇ ਕੋਲੇ ਜਿਹੜੇ ਆਰਮੇਚਰ ਆ ਜਿਹੜਾ ਸਾਡਾ ਹੈ ਨਾ, ਇਹਦੇ ਵਿੱਚ ਵੋਲਟੇਜ ਪੈਦਾ ਹੋਵੇਗੀ। ਉਹ ਵੋਲਟੇਜ ਜਿਹੜੀ ਹੋਵੇਗੀ ਉਹਨੂੰ ਸੀਰੀਜ਼ ਫੀਲਡ, ਜਿਹੜਾ ਫੀਲਡ ਵਾਈਂਡਿੰਗ ਹੈਗੀ, ਉਹਨੂੰ ਸੀਰੀਜ਼ 'ਚ ਲਾ ਦਾਂਗੇ ਆਪਾਂ। ਵੀ ਜਿਹੜਾ ਵੀ ਕਰੰਟ ਇੱਥੋਂ ਨਿਕਲੇ ਆਰਮੇਚਰ ਦੇ ਅੰਦਰੋਂ, ਜਿਹੜਾ ਵੀ ਕਰੰਟ ਨਿਕਲੇ ਉਹ ਕਿਹਦੇ ਵਿੱਚ ਦੀ ਲੰਘ ਕੇ ਆਵੇ? ਉਹ ਫੀਲਡ ਵਿੱਚ ਦੀ ਲੰਘ ਕੇ ਆਵੇ। ਅਤੇ ਬਾਹਰਲੇ ਪਾਸੇ ਉਹਦੇ ਲੱਗਿਆ ਹੋਏਗਾ ਲੋਡ RL। ਤਾਂ ਜੇ ਮੈਂ ਲੋਡ ਦੇ ਕ੍ਰਾਸ ਕਰੰਟ ਦੀ ਗੱਲਾਂ ਕਰਾਂ ਤਾਂ ਉਹ ਹੈਗਾ IL, ਫੀਲਡ ਦੇ ਕ੍ਰਾਸ ਗੱਲ ਕਰਾਂ I, ਜਾਂ ਫਿਰ ਸੀਰੀਜ਼ ਫੀਲਡ ਆਪਾਂ ਕਹਿੰਦੇ ISE, ਸੀਰੀਜ਼ ਫੀਲਡ। ਸੀਰੀਜ਼ ਦਾ CSE ਮਤਲਬ ਸੀਰੀਜ਼ 'ਚ ਲੱਗੀ ਹੋਈ ਆ ਫੀਲਡ ਵਾਈਂਡਿੰਗ, ISE ਕਹਿ ਦਿੰਦੇ ਆ। ਆਰਮੇਚਰ ਦੇ ਵਿੱਚੋਂ ਲੰਘਿਆ ਹੋਇਆ ਕਰੰਟ IA, ਜਿਹੜਾ ਪੈਦਾ ਹੋਊਗਾ ਕਰੰਟ ਟੋਟਲ। ਇੱਥੇ ਜਿਹੜੀ ਵੋਲਟੇਜ ਪੈਦਾ ਹੋਊਗੀ EG ਸਾਰਿਆਂ ਦੇ ਵਿੱਚ ਸੇਮ ਹੀ ਰਹਿੰਦੀ, ਇੱਥੇ ਜਿਹੜੀ ਰੈਜ਼ਿਸਟੈਂਸ ਹੋਏਗੀ RA। ਠੀਕ ਹੈ ਬੱਚਿਓ। ਅਤੇ ਇੱਥੇ ਜੇ ਆਪਾਂ ਪਤਾ ਕਰਨਾ ਚਾਹੀਏ ਹੁਣ ਕਿ ਸਾਡੇ ਕੋਲੇ ਵੋਲਟੇਜ ਦਾ ਅਤੇ ਇਹਦਾ ਰਿਲੇਸ਼ਨ ਕੀ ਹੋਊਗਾ। ਪਹਿਲਾਂ ਇਕੱਲਾ ਰੈਜ਼ਿਸਟੈਂਸ ਆਉਂਦਾ ਸੀ ਰਾਹ ਦੇ ਵਿੱਚ, ਹੁਣ ਜਦੋਂ ਇੱਥੋਂ ਵੋਲਟੇਜ ਚੱਲੂਗੀ ਸਾਡੀ, ਇੱਕ ਤਾਂ ਰੈਜ਼ਿਸਟੈਂਸ ਰੈਜ਼ਿਸਟੈਂਸ ਆ ਗਈ ਰਾਹ 'ਚ, ਇੱਕ ਰੈਜ਼ਿਸਟੈਂਸ ਵੀ ਤਾਂ ਰਾਹ 'ਚ ਆ ਗਈ ਨਾ। ਤਾਂ ਪਹਿਲਾਂ ਤਾਂ ਇਹਦੇ ਵਾਸਤੇ ਆਪਾਂ ਪੁਆਇੰਟ ਬਣਾਵਾਂਗੇ ਵੀ ਸੀਰੀਜ਼ ਜਨਰੇਟਰ ਦੇ ਵਿੱਚ ਜਿਹੜਾ IA ਕਰੰਟ ਹੁੰਦਾ ਗਾ, ਉਹੀ ਫੀਲਡ ਕਰੰਟ ਹੁੰਦਾ ਗਾ, ਉਹੀ ਉਹਨੂੰ ਚਾਹੇ ਉਹਨੂੰ ਚਾਹੇ ISE ਕਹਿ ਲਓ ਵੀ ਸੀਰੀਜ਼ ਕਰੰਟ ਹੈਗਾ, ਚਾਹੇ ਉਹਨੂੰ ਲੋਡ ਕਰੰਟ ਕਹਿ ਲਓ। ਇਹ ਸਾਰੀਆਂ ਗੱਲਾਂ ਇੱਕੋ ਹੀ ਨੇਗੀਆਂ, ਸਿਰਫ ਸੀਰੀਜ਼ ਜਨਰੇਟਰ ਦੇ ਵਾਸਤੇ ਕਹਿ ਰਿਹਾ ਮੈਂ ਇਹ, ਕਿਉਂਕਿ ਆਹ ਦੇਖੋ ਸੀਰੀਜ਼ ਸਰਕਟ ਹੈਗਾ। ਇਹ ਤੁਹਾਨੂੰ ਸਭ ਤੋਂ ਪਹਿਲਾਂ ਡਾਇਗਰਾਮ ਬਣਾਉਣੀ ਸਿੱਖਣੀ ਪਊਗੀ ਵੀ ਇਸ ਤੋਂ ਡਾਇਗਰਾਮ ਕਿਵੇਂ ਬਣਾਈਏ, ਫਿਰ ਇਹ ਗੱਲਾਂ ਯਾਦ ਕਰ ਲਓ।
ਕਿ ਪਹਿਲੀ ਗੱਲ ਤਾਂ ਅਸੀਂ ਕਰ ਲਿਆ ਵੀ ਕਰੰਟ ਸਾਰਿਆਂ ਸੇਮ ਹੁੰਦਾ। ਉਸ ਤੋਂ ਬਾਅਦ ਜਿਹੜੀ ਵੋਲਟੇਜ ਪੈਦਾ ਹੋਈ ਹੈਗੀ ਸਾਡੀ ਈ ਜੀ, ਇਹਦੇ ਵਿੱਚੋਂ ਮਾਈਨਸ ਹੋਊਗਾ ਰਾਜੇ ਇੱਕ ਤਾਂ ਆਹ ਕਰੰਟ IA ਆਹ ਵੋਲਟੇਜ ਡਰੋਪ ਆ ਜਿਹੜਾ ਇਹ ਮਾਈਨਸ ਹੋਊਗਾ। ਠੀਕ ਹੈ, ਇੱਥੇ ਵੋਲਟੇਜ ਬਣੀ 240, ਅੰਦਰਲੇ ਪਾਸੇ ਇੱਥੇ 20 ਵੋਲਟ ਦਾ ਡਰੋਪ ਹੋਇਆ, ਇੱਥੇ 10 ਵੋਲਟ ਦਾ ਡਰੋਪ ਹੋਇਆ, ਬਾਹਰਲੇ ਪਾਸੇ ਸਾਡੇ ਕੋਲ ਕਿੰਨਾ 210 ਰਹਿ ਗਈ। ਤਾਂ ਉਹ ਕਿਵੇਂ ਬਣੂਗੀ, ਈ ਜੀ ਦੇ ਵਿੱਚੋਂ ਪਹਿਲਾਂ ਤਾਂ ਆਹ ਡਰੋਪ ਹੋਣਗੇ, ਫਿਰ ISE ਕਰੰਟ ਆ ਜਿਹੜਾ, ਤੇ RSE ਸੌਰੀ ਇਹਦੀ ਰਜਿਸਟੈਂਸ ਆ ਜਿਹੜੀ ਸੀਰੀਜ਼ ਫੀਲਡ ਦੀ ਰਜਿਸਟੈਂਸ ਆ, ਇਹ ਫੀਲਡ ਵਾਈਂਡਿੰਗ ਦੀ ਰਜਿਸਟੈਂਸ RSE ਆ। ਉਸ ਤੋਂ ਬਾਅਦ ਬਰਾਬਰ ਹੈ ਆਊਗਾ VT। ਠੀਕ ਹੈ, ਕਈ ਥਾਵਾਂ ਦੇ ਵਿੱਚ ਕੀ ਕਰਦੇ ਆ ਇਹਨੂੰ, ਜਦੋਂ ਆ ਦੋ ਚੀਜ਼ਾਂ ਇਹਦੇ ਵਿੱਚ ਵੀ IA ਪਿਆ ਹੈਗਾ, IA ਨੂੰ ਆਪਾਂ ਇਹਨੂੰ ਐਂ ਲਿਖ ਸਕਦੇ ਹਾਂ ਜੀ IA ISE ਦੇ ਬਰਾਬਰ ਹੁੰਦਾ, ਤਾਂ ਆਪਾਂ ਇਹਨੂੰ ਇਹ ਵੀ ਲਿਖ ਸਕਦੇ ਹਾਂ। ਕਈ ਵਾਰੀ ਬੁੱਕਸ ਦੇ ਵਿੱਚ ਇੱਦਾਂ ਲਿਖਿਆ ਹੁੰਦਾ ਕਿ ਕਨਫਿਊਜ਼ ਨਾ ਹੋਵੋ, ਤਾਂ ਤੁਹਾਨੂੰ ਮੈਂ ਦੱਸ ਰਿਹਾ ਗਾ ਵੀ IARA ਲਿਖ ਲਿਆ, ਮਾਈਨਸ ISE ਦੀ ਥਾਂ 'ਤੇ ਵੀ IA ਲਿਖ ਸਕਦੇ ਕਿਉਂਕਿ ਬਰਾਬਰ ਨੇਗੇ। ਹੁਣ ਇਹਨਾਂ ਦੋਨਾਂ ਦੇ ਵਿੱਚੋਂ ਆਹ ਕਾਮਨ ਕੱਢਿਆ ਜਾ ਸਕਦਾ ਗਾ। ਦੇਖੋ ਇਹ 'ਚ ਵੀ IA ਪਿਆ ਤਾਂ ਇਹਨੂੰ ਇੱਦਾਂ ਵੀ ਲਿਖ ਦਿੰਦੇ ਆ ਕਿਤੇ ਕਿਤੇ, ਮਾਈਨਸ IA ਬਰੈਕਟ ਦੇ ਵਿੱਚ ਰਹਿ ਗਿਆ RA ਪਲੱਸ RSE। ਆਹ ਵੀ ਮੇਨ ਫਾਰਮੂਲਾ ਤੁਹਾਡਾ ਆਹ ਬਣ ਗਿਆ ਇਹਦੇ ਵਾਸਤੇ। ਬਾਹਰਲੇ ਪਾਸੇ ਜਦੋਂ ਆਹ ਮਾਈਨਸ ਹੁੰਦਾ ਨਾ, ਜਦੋਂ ਆਪਾਂ ਇਹਨੂੰ ਇਹਨਾਂ ਸੋਲਵ ਕਰਾਂਗੇ ਮਾਈਨਸ ਵਾਲਾ ਆਹ ਜਿਹੜਾ ਇਹ ਆਪਦੇ ਆ ਪਲੱਸ ਇੱਦਾਂ ਮਾਈਨਸ ਬਣ ਜੂਗਾ, ਜਿਹੜਾ ਪਲੱਸ ਆ ਇਹ ਮਾਈਨਸ ਬਣ ਜੂਗਾ ਇੱਦਾਂ। ਇਹਨੂੰ ਜੇ ਖੋਲ ਕੇ ਲਿਖਣਾ ਹੋਵੇ ਉੱਪਰਲੀ ਰਕਮ ਆ, ਇਹਨੂੰ ਬੰਦ ਕਰਕੇ ਲਿਖਣਾ ਹੋਵੇ ਹੇਠਲੀ ਰਕਮ ਹੈਗੀ। ਤਾਂ ਮੇਨ ਫਾਰਮੂਲਾ ਸਾਡੇ ਕੋਲ ਆਹ ਬਣ ਗਿਆ। ਠੀਕ ਹੈ ਜੀ, ਹੁਣ ਇਹਦੇ ਬਾਰੇ ਸਮਝ ਲਓ ਜੀ, ਸੀਰੀਜ਼ ਫੀਲਡ ਬਾਰੇ ਸਮਝ ਲਓ, ਆਹ ਤਾਂ ਫਾਰਮੂਲਾ ਬਣ ਗਿਆ। ਇਹਦੇ ਬਾਰੇ ਜਿਹੜੀਆਂ ਗੱਲਾਂ ਦੇਖਣ ਵਾਲੀਆਂ ਨੇ ਉਹ ਦੇਖੋ। ਪਹਿਲੀ ਗੱਲ ਤਾਂ ਰਾਜੀ ਉਹ ਗੱਲ ਪੁੱਛੂਗਾ ਤੁਹਾਨੂੰ, ਮੈਂ ਉਸ ਦਿਨ ਵੀ ਕਿਹਾ ਸੀ ਜਦੋਂ ਆਪਾਂ ਐਮੀਟਰ ਪੜ੍ਹ ਰਹੇ ਸੀਗੇ, ਉਸ ਤੋਂ ਬਾਅਦ ਇੱਕ ਵੀਡੀਓ ਵੀ ਬਣਾਈ ਸੀਗੀ। ਮੈਂ ਵਾਰ-ਵਾਰ ਇੱਕ ਹੀ ਗੱਲ ਕਹਿਣਾ ਹੁੰਦਾ ਵੀ ਜਿਹੜੀ ਵੀ ਚੀਜ਼ ਸੀਰੀਜ਼ 'ਚ ਲੱਗੀ ਹੋਈ ਹੈ, ਕਿਉਂਕਿ ਜਿਹੜਾ ਕਰੰਟ ਬੱਚੇ ਇੱਥੇ ਪੈਦਾ ਹੋਊਗਾ ਉਹ ਜਦੋਂ ਲੋਡ ਦੇ ਵਿੱਚ ਜਾਊਗਾ, ਲੋਡ ਦੇ ਵਿੱਚ ਜਾਣ ਤੋਂ ਪਹਿਲਾਂ ਉਹਨੂੰ ਮਜਬੂਰੀ ਦੇ ਬਸ ਲੰਘਣਾ ਪਊਗਾ ਫੀਲਡ ਵਾਈਂਡਿੰਗ ਦੇ ਵਿੱਚ ਦੀ RSE ਰਜਿਸਟੈਂਸ ਹੈ ਜਿਹੜੀ ਵਾਈਂਡਿੰਗ ਦੀ। ਅਤੇ ਜੇ ਇਹਦੇ ਵਿੱਚ ਦੀ ਲੰਘ ਕੇ ਕਿਤੇ ਇਹਦੀ ਰਜਿਸਟੈਂਸ ਜੇ ਕਿਤੇ ਵੱਧ ਹੋਵੇ ਤਾਂ ਰਾਜੀ ਕਰੰਟ ਸਾਡਾ ਇੱਥੇ ਜਾਣਾ ਹੀ ਨਹੀਂ ਹੈਗਾ। ਤਾਂ ਆਪਾਂ ਗੱਲ ਯਾਦ ਰੱਖਣੀ ਹੈ, ਫੀਲਡ ਵਾਈਂਡਿੰਗ ਜਿਹੜੀ ਹੁੰਦੀ ਹੈਗੀ, ਫੀਲਡ ਵਾਈਂਡਿੰਗ ਉਹ ਜਿਹੜੀ ਤਾਰ ਹੁੰਦੀ ਹੈਗੀ ਉਹ ਥਿੱਕ ਹੁੰਦੀ ਹੈਗੀ, ਮੋਟੀ ਹੁੰਦੀ ਹੈ, ਅਤੇ ਨੰਬਰ ਆਫ ਟਰਨਾਂ ਘੱਟ ਹੁੰਦੀਆਂ ਨੇਗੀਆਂ। ਕਿਉਂਕਿ ਲੈਂਥ ਵਧਣ ਨਾਲ ਵੀ ਰਜਿਸਟੈਂਸ ਵੱਧਦੀ ਹੈ ਨਾ, ਰਜਿਸਟੈਂਸ ਤਾਂ ਆਪਾਂ ਘੱਟ ਰੱਖਣੀ ਹੈਗੀ, ਨੰਬਰ ਆਫ ਟਰਨਾਂ ਵੀ ਵੱਧ ਹੁੰਦੀਆਂ ਨੇਗੀਆਂ। ਸੌਰੀ, ਨੰਬਰ ਆਫ ਟਰਨਾਂ ਘੱਟ ਹੋਣਗੀਆਂ ਰਾਜੇ, ਘੱਟ ਹੋਣਗੀਆਂ। ਠੀਕ ਹੈ, ਇੱਕ ਕਿਹਦੀ ਗੱਲ ਹੋ ਰਹੀ ਹੈਗੀ, ਫੀਲਡ ਵਾਈਂਡਿੰਗ ਦੀ। ਆਰਮੇਚਰ ਦੀ ਤਾਂ ਸਾਰਿਆਂ ਦੀ ਸੇਮ ਆ। ਆਰਮੇਚਰ ਦੇ ਵਿੱਚ ਤਾਂ ਜਿੰਨੇ ਵੀ ਆਰਮੇਚਰ ਵਾਈਂਡਿੰਗਾਂ ਨੇ ਸਾਡੀਆਂ, ਚਾਹੇ ਕੋਈ ਮਰਜ਼ੀ ਜਨਰੇਟਰ ਹੈਗਾ, ਆਰਮੇਚਰ ਰਜਿਸਟੈਂਸ ਤਾਂ ਹਮੇਸ਼ਾ ਹੁੰਦੀ ਉਹ ਘੱਟ ਹੈਗੀ। ਜੇ ਪੁੱਛ ਲੈ ਕਿੰਨੀ ਕੁ ਹੁੰਦੀ ਆ, 0.2 0.3 1 ਓਮ, ਵੱਧ ਤੋਂ ਵੱਧ 2 ਓਮ, ਬਸ ਇਸ ਤੋਂ ਵੱਧ ਨਹੀਂ ਹੁੰਦੀ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈਗੀ। ਹੁਣ ਤੀਜੀ ਗੱਲ 'ਤੇ ਆ ਜਾਂਦੇ ਹਾਂ, ਕੀ ਪੜ੍ਹਿਆ ਸੀ ਇਹਦੇ ਵਿੱਚ ਵੀ ਸਾਡੇ ਕੋਲ ਕੀ ਪੜ੍ਹਿਆ ਹੈਗਾ। ਇੱਕ ਤਾਂ ਆਹ ਫਾਰਮੂਲਾ ਪੜ੍ਹਿਆ ਵਿੱਚ, ਦੂਜਾ ਪੜ੍ਹਿਆ ਵੀ ਜਿਹੜੀ ਆਹ ਫੀਲਡ ਵਾਈਂਡਿੰਗ ਹੁੰਦੀ ਜਿਹੜੀ ਸੀਰੀਜ਼ ਦੇ ਵਿੱਚ ਲੱਗੀ ਹੁੰਦੀ ਆ, ਇਹ ਮੋਟੀ ਤਾਰ ਤੋਂ ਬਣੀ ਹੁੰਦੀ ਆ। ਮੋਟੀ ਤਾਰ ਤੋਂ ਬਣਨ ਦਾ ਮਤਲਬ ਕੀ ਹੈ, ਇਹਦੀ ਜਿਹੜੀ ਰਜਿਸਟੈਂਸ ਹੁੰਦੀ ਹੈਗੀ ਉਹ ਬਹੁਤ ਜ਼ਿਆਦਾ ਘੱਟ ਹੁੰਦੀ ਆ, ਰਜਿਸਟੈਂਸ ਘੱਟ ਹੁੰਦੀ ਹੈ। ਜਿਵੇਂ ਆਪਾਂ ਮੀਟਰ ਲਾਇਆ ਸੀਗਾ, ਮੀਟਰ ਦੀ ਰਜਿਸਟੈਂਸ ਵੀ ਘੱਟ ਸੀਗੀ ਨਾ, ਤਾਂ ਕਿ ਲੋਡ ਤੱਕ ਪੂਰਾ ਤੁਹਾਡਾ ਕਰੰਟ ਪਹੁੰਚ ਸਕੇ, ਤਾਂ ਕਿ ਰਾਸਤੇ ਦੇ ਵਿੱਚ ਵੋਲਟੇਜ ਡਰੋਪ, ਦੇਖੋ ਰਾਜੇ ਵੋਲਟੇਜ ਡਰੋਪ ਦੋਨਾਂ ਚੀਜ਼ਾਂ ਡਿਪੈਂਡ ਕਰਦੇ, ਇਹ 'ਤੇ ਵੀ ਕਰਦੇ, ਇਹ 'ਤੇ ਵੀ ਕਰਦਾ। ਜੇ ਆਹ ਵੱਧ ਜੂਗਾ ਤਾਂ ਵੋਲਟੇਜ ਡਰੋਪ ਇੱਥੇ ਵੱਧ ਜੂ, ਬਾਹਰੇ ਵੋਲਟੇਜ ਪਹੁੰਚਣੀ ਨਹੀਂ ਹੈਗੀ। ਠੀਕ ਹੈ, ਤਾਂ ਤੀਜੀ ਗੱਲ ਵਿੱਚ ਹੁਣ ਮੰਨ ਲਓ ਇਹ ਜੀ ਡਾਇਗਰਾਮ ਜਿਹੜੀ ਹੁੰਦੀ ਆ ਉਹ ਇੱਦਾਂ ਜੇ ਬਣਦੀ ਹੈਗੀ ਵੀ ਇਹਦੇ ਵਿੱਚ ਜਿਹੜਾ ਵੀ ਨਿਕਲਿਆ, ਆਹ ਦੇਖੋ ਆਹ ਸਾਡੀ ਸੀਰੀਜ਼ ਵਾਈਂਡਿੰਗ ਆ ਸਾਡੀ, ਇਹਦੇ ਵਿੱਚ ਆਹ ਫੀਲਡ ਵਾਈਂਡਿੰਗ ਹੈਗੀ, ਇਹਦੇ ਵਿੱਚੋਂ ਜਿਹੜਾ ਵੀ ਕਰੰਟ ਨਿਕਲੂਗਾ ਉਹ ਇੱਦਾਂ ਘੁੰਮ ਕੇ ਬਾਹਰੇ ਫੇਰ ਸਾਡੀ ਲੋਡ ਤੱਕ ਜਾਏਗਾ। ਹੁਣ ਸੋਚਣ ਵਾਲੀ ਗੱਲ ਇਹ ਆ ਵੀ ਜਿੰਨਾ ਵੀ ਕਰੰਟ ਇਹਦੇ ਵਿੱਚੋਂ ਪੈਦਾ ਹੋਏਗਾ ਹੈ ਨਾ, ਉਹ ਫੇਰ ਵਾਈਂਡਿੰਗ ਨੂੰ ਐਕਸਾਈਟ ਕਰੇਗਾ, ਫਿਰ ਇੱਥੇ ਚੁੰਬਕ ਪੈਦਾ ਕਰੇਗਾ। ਇਹ ਗੱਲ ਤਾਂ ਠੀਕ ਆ। ਉਹ ਗੱਲ ਤੁਹਾਨੂੰ ਪਤਾ ਹੀ ਹੈਗਾ ਵੀ ਸਭ ਤੋਂ ਪਹਿਲਾਂ ਜਦੋਂ ਇੱਥੇ ਕਰੰਟ ਪੈਦਾ ਹੁੰਦਾ ਉਹ ਕਿਹਦੇ ਕਰਕੇ ਹੁੰਦਾ ਹੈਗਾ, ਜਿਹੜਾ ਸਭ ਤੋਂ ਪਹਿਲਾਂ ਪੈਦਾ ਹੁੰਦਾ ਉਹ ਹੁੰਦਾ ਰੈਜ਼ੀਡਿਊਲ ਕਰਕੇ। ਰੈਜ਼ੀਡਿਊਲ ਮਤਲਬ ਬਚੀ ਖੁਚੀ ਜਿਹੜੀ ਫਲਕਸ ਹੁੰਦੀ ਹੈ ਇੱਥੇ ਥੋੜ੍ਹੀ ਜਿਹੀ,
ਤਾਂ ਰੈਜੀਡਿਊਲ ਕਰਕੇ ਜੇ ਕਦੇ ਫਲਕਸ ਵੋਲਟੇਜ ਪੁੱਛ ਲਵੇ ਕਿੰਨੀ ਵੋਲਟੇਜ ਪੈਦਾ ਹੁੰਦੀ ਹੈ, 2 ਕੁ ਵੋਲਟ ਜਾਂ 3 ਕੁ ਵੋਲਟ, ਇੰਨੀ ਕੁ ਵੋਲਟੇਜ ਪੈਦਾ ਹੁੰਦੀ ਹੈ। ਮੰਨ ਲਓ 220 ਵੋਲਟ ਦਾ ਜਨਰੇਟਰ ਹੈਗਾ ਤਾਂ ਸਿਰਫ 2 ਜਾਂ 3 ਵੋਲਟ ਪੈਦਾ ਹੁੰਦੀ ਹੈ ਰੈਜੀਡਿਊਲ ਕਰਕੇ। ਜਦੋਂ 2-3 ਵੋਲਟੇਜ ਪੈਦਾ ਹੋ ਗਈ ਉਹਦੇ ਕਰਕੇ ਜਿਹੜਾ ਕਰੰਟ ਫਲੋ ਹੋਊਗਾ ਉਹਦੇ ਨਾਲ ਚੁੰਬਕ ਥੋੜ੍ਹੀ ਹੋਰ ਵੱਧ ਜੂਗੀ, ਫਿਰ ਹੋਰ ਵੋਲਟੇਜ ਵੱਧ ਜੂ, 5 ਵੋਲਟ ਹੋ ਜੂ। 5 ਵੋਲਟ ਨਾਲ ਕਰੰਟ ਵੱਧ ਜੂਗਾ, ਕਿਉਂਕਿ ਵੋਲਟੇਜ ਦੇ ਵਧਣ ਨਾਲ ਕਰੰਟ ਵੱਧਦਾ ਨਾ। 5 ਵੋਲਟ ਨਾਲ ਜਦੋਂ ਕਰੰਟ ਵੱਧ ਜੂਗਾ ਤਾਂ ਉਹਦੇ ਵਿੱਚ ਚੁੰਬਕ ਥੋੜ੍ਹੀ ਹੋਰ ਪੈਦਾ ਹੋ ਜੂਗੀ, 10 ਵੋਲਟ ਬਣ ਜੂ, 20 ਵੋਲਟ ਬਣ ਜੂ, 30 ਵੋਲਟ ਬਣ ਜੂ, 50 ਬਣ ਜੂ। ਫਿਰ ਕਿੱਥੇ ਤੱਕ ਜਾਊਗਾ? ਜਿੱਥੇ ਤੱਕ ਉਹਦੀ ਰੇਟਡ ਵੋਲਟੇਜ ਆ 220 ਵੋਲਟ, ਜੇ ਉਹਦੀ ਰੇਟਡ ਵੋਲਟੇਜ ਹੈਗੀ। ਤਾਂ ਇਸ ਤਰੀਕੇ ਨਾਲ ਇਹ ਕੰਮ ਕਰਦਾ। ਤਾਂ ਇਹਦੇ ਵਿੱਚ ਬੱਚਿਓ ਸਾਡੇ ਕੋਲ ਉਹ ਸਾਡੇ ਹੱਥ 'ਚ ਨਹੀਂ ਹੈਗਾ ਵੀ ਅਸੀਂ ਆਪਦੇ ਹਿਸਾਬ ਨਾਲ ਵੋਲਟੇਜ ਨੂੰ ਵਧਾ ਜਾਂ ਘਟਾ ਸਕੀਏ। ਇਹ ਸਾਰਾ ਜਿਹੜੀ ਵੋਲਟੇਜ ਜਿਹੜੀ ਆ ਬਣ ਰਹੀ ਆ, ਕਿਉਂਕਿ ਜਿਹੜੇ ਵੋਲਟੇਜ ਬਣਦੀ ਹੁੰਦੀ ਆ ਉਹਦੇ ਵਿੱਚ ਫਾਰਮੂਲਾ ਉਹ ਤਾਂ ਸੇਮ ਹੀ ਰਹਿੰਦਾ, P5ZN/60A, ਵੀ ਉਹ ਫਲਕਸ 'ਤੇ ਡਿਪੈਂਡ ਕਰਦੀ ਜਿਹੜੀ ਵੋਲਟੇਜ ਬਣਦੀ ਹੈ। ਹੁਣ ਇੱਥੇ ਸੀਰੀਜ਼ ਜਨਰੇਟਰ ਦੇ ਵਿੱਚ ਜਿਹੜੀ ਫਲਕਸ ਆ ਉਹ ਕਿਹਦੇ ਡਿਪੈਂਡ ਕਰ ਰਹੀ ਹੈ ਬੱਚਿਓ? ਉਹ IA 'ਤੇ ਡਿਪੈਂਡ ਕਰ ਰਹੀ ਹੈ। ਮਤਲਬ ਜਿੰਨਾ ਕਰੰਟ ਇਹਦੇ ਵਿੱਚ ਜਾਊਗਾ ਉਹ 'ਤੇ ਡਿਪੈਂਡ ਕਰਦੀ ਆ ਬੱਚਿਓ। ਹੁਣ ਇੱਥੇ ਕਿੰਨਾ ਕਰੰਟ ਜਾਊਗਾ ਉਹ ਡਿਪੈਂਡ ਕਰਦਾ ਲੋਡ ਦੇ ਉੱਪਰ। ਹੁਣ ਮੰਨ ਲਓ ਜੇਕਰ ਤੁਸੀਂ ਇੱਥੇ ਲੋਡ ਤੁਸੀਂ ਘੱਟ ਪਾਇਆ ਹੋਇਆ, ਬਹੁਤ ਘੱਟ ਪਾਇਆ ਲੋਡ ਤੁਸੀਂ, ਮੰਨ ਲਓ ਬੱਚਿਓ ਲੋਡ ਆ ਜਿਹੜਾ ਤੁਹਾਡਾ ਉਹ ਬਹੁਤ ਘੱਟ ਆ। ਮੰਨ ਲਓ ਇੱਥੇ 10 ਐਂਪੀਅਰ ਕਰੰਟ ਫਲੋ ਹੋਣਾ ਸੀਗਾ ਪਰ 10 ਨਹੀਂ ਹੋ ਰਿਹਾ, ਸਿਰਫ 2 ਐਂਪੀਅਰ ਕਰੰਟ ਫਲੋ ਹੋ ਰਿਹਾ। ਤਾਂ ਤੁਸੀਂ ਇਹ ਗੱਲ ਤਾਂ ਸਮਝ ਪਾ ਰਹੇ ਹੋ ਨਾ ਵੀ 2 ਐਂਪੀਅਰ ਨਾਲ ਜਿਹੜੀ ਇੱਥੇ ਚੁੰਬਕ ਬਣੂਗੀ ਉਹ ਘੱਟ ਬਣੂਗੀ, ਅਤੇ 10 ਐਂਪੀਅਰ ਵਾਲੀ ਚੁੰਬਕ ਜਿਹੜੀ ਹੋਊਗੀ ਉਹ ਬਹੁਤ ਵੱਧ ਹੋਊਗੀ, ਹੈ ਨਾ, ਰੇਟਡ ਹੋਊਗੀ। ਤਾਂ 10 ਦੇ ਹਿਸਾਬ ਨਾਲ ਤਾਂ ਇੱਥੇ ਹੁਣ ਫਲਕਸ ਘੱਟ ਹੋਊਗੀ ਨਾ, ਅਤੇ 10 ਦੇ ਹਿਸਾਬ ਨਾਲ ਫਲਕਸ ਘੱਟ ਹੋ ਗਈ ਤਾਂ ਜਿਹੜੀ ਸਾਡੇ ਕੋਲ EG ਆ ਬੱਚਿਓ ਇਹ ਵੀ ਸਾਡੀ ਘੱਟ ਪੈਦਾ ਹੋਏਗੀ। ਇਹਦਾ ਮਤਲਬ ਜੇ ਅਸੀਂ ਰੇਟਡ ਵੋਲਟੇਜ ਲੈਣੀ ਹੈ, ਰੇਟਡ ਵੋਲਟੇਜ ਦਾ ਮਤਲਬ ਤਾਂ ਸਮਝਦੇ ਹੋ ਨਾ ਵੀ ਜੇ ਉਹ 220 ਵਾਸਤੇ ਬਣਿਆ ਤਾਂ ਜੇ ਆਪਾਂ 220 ਲੈਣੀ ਹੈਗੀ ਤਾਂ ਉਹਦੇ ਵਾਸਤੇ ਸਾਨੂੰ ਜਨਰੇਟਰ ਨੂੰ ਹਮੇਸ਼ਾ ਸਾਡੀ ਮਜਬੂਰੀ ਬਣ ਜਾਏਗੀ ਕਿ ਇਹਨੂੰ ਫੁੱਲ ਲੋਡ 'ਤੇ ਚਲਾਉਣਾ ਪਊਗਾ। ਹਾਫ ਲੋਡ ਦੇ ਉੱਪਰ ਚੱਲ ਕੇ ਇਹਨੇ ਕਦੇ ਵੀ ਸਾਨੂੰ ਇੱਥੇ ਵੋਲਟੇਜ ਪੂਰੀ ਕੱਢਣੀ ਹੋਣੀ ਹੈਗੀ। ਕਿਉਂਕਿ ਜੇ ਕਰੰਟ ਨਹੀਂ ਫਲੋ ਹੋ ਰਿਹਾ ਤਾਂ ਚੁੰਬਕ ਨਹੀਂ ਫਲੋ ਹੋ ਰਹੀ ਹੈਗੀ। ਜੇ ਚੁੰਬਕ ਨਹੀਂ ਫਲੋ ਹੋ ਰਹੀ ਹੈਗੀ ਬੱਚਿਓ ਤਾਂ ਚੁੰਬਕ ਦੇ ਨਾਲ ਹੀ ਤਾਂ ਤੁਹਾਡੇ ਕੋਲ ਆ ਦੇਖੋ, ਚੁੰਬਕ ਦੇ ਨਾਲ ਹੀ ਤਾਂ ਤੁਹਾਡੇ ਕੋਲੇ ਵੋਲਟੇਜ ਬਣਦੀ ਆ। ਤਾਂ ਇਹਦੀ ਪ੍ਰੋਬਲਮ ਇਹੀ ਆ ਗਈ ਬੱਚਿਓ ਵੀ ਇਹ ਜਿਹੜਾ ਜਨਰੇਟਰ ਹੈਗਾ ਜਿਉਂ ਲੋਡ ਵੱਧਦਾ ਹੈਗਾ, ਲੋਡ ਦੇ ਵਧਣ ਨਾਲ ਟਰਮੀਨਲ ਵੋਲਟੇਜ ਵੱਧਦੀ ਆ ਇੱਕ ਹੱਦ ਤੱਕ। ਜਿਹਦਾ ਗ੍ਰਾਫ ਬਣਾਉਣਾ ਹੋਵੇ ਪਤਾ ਕਿਵੇਂ ਬਣੂਗਾ ਗ੍ਰਾਫ? ਵੀ ਮੰਨ ਲਓ ਇੱਥੇ ਆਪਾਂ ਬਣਾ ਲਈਏ, ਇੱਥੇ ਬਣਾ ਲੈਂਦੇ ਗੇ, ਚਲੋ ਇਹਨੂੰ ਉਤਾਰ ਲਿਓ ਬੱਚੇ ਨਾਲ ਦੀ ਨਾਲ, ਠੀਕ ਹੈ। ਮੰਨ ਲਓ ਇੱਕ ਆ ਗ੍ਰਾਫ ਹੈਗਾ ਆਹ, ਵੀ ਇੱਧਰਲੇ ਪਾਸੇ ਆਪਾਂ ਗੱਲ ਕਰ ਰਹੀ ਹੈ ਕਰੰਟ ਦੀ ਗੱਲ ਕਰਦੇ ਆਪਾਂ, ਵੀ ਜਿਉਂ ਆਪਾਂ ਕਰੰਟ ਦਾ ਮਤਲਬ ਲੋਡ, ਵੀ ਜਿਉਂ ਆਪਾਂ ਲੋਡ ਨੂੰ ਵਧਾਵਾਂਗੇ ਪਹਿਲਾਂ ਇਹ ਇੱਦਾਂ ਜਾਊ, ਇਹਦੇ ਵਿੱਚ ਇੱਦਾਂ ਵਧੂਗਾ, ਇੱਦਾਂ। ਜਦੋਂ 100% ਲੋਡ ਹੋ ਗਿਆ ਫਿਰ ਉਸ ਤੋਂ ਬਾਅਦ ਇਹ ਵਧਣਾ ਥੋੜ੍ਹਾ ਜਿਹਾ ਘੱਟ ਜੂਗਾ। ਇਹਦਾ ਮਤਲਬ ਇੱਧਰਲੇ ਪਾਸੇ ਕੀ ਆ ਗਈ? ਇਹ EG ਹੈਗੀ ਜਾਂ VT ਕਹਿ ਲਓ। ਸਟਾਰਟਿੰਗ ਦੇ ਵਿੱਚ ਜਦੋਂ ਕੋਈ ਵੀ ਲੋਡ ਨਹੀਂ ਹੈਗਾ ਫਿਰ ਵੀ ਸਾਡੇ ਕੋਲ ਵੋਲਟੇਜ ਹੈਗੀ ਆ, ਕਿੰਨੀ ਵੋਲਟ ਆ? 2 ਵੋਲਟ। ਇਹ ਕਿਹਦੇ ਕਰਕੇ ਹੈਗੀ? ਇਹ ਰੈਜੀਡਿਊਲ ਮੈਗਨੇਟਿਜ਼ਮ ਫਲਕਸ ਕਰਕੇ ਆ, ਜਿਹੜੀ ਆਪਣੀ ਬਚੀ ਖੁਚੀ ਚੁੰਬਕ ਹੈਗੀ ਰੈਜੀਡਿਊਲ ਫਲਕਸ ਕਰਕੇ ਆ। ਜਿਉਂ ਆਪਾਂ ਕਰੰਟ ਨੂੰ ਵਧਾਈ ਜਾਂਦੇ ਹੈਗੇ ਬੱਚਿਓ, ਜਾਂ ਫਿਰ ਐਂ ਕਹਿ ਲਓ ਲੋਡ ਨੂੰ ਵਧਾਈ ਜਾਂਦੇ ਆ, ਤਿਉਂ ਇਹਦੇ ਵਿੱਚ ਕਰੰਟ ਵਧੀ ਜਾਂਦਾ ਹੈਗਾ ਅਤੇ ਵੋਲਟੇਜ ਸਾਡੀ ਵਧੀ ਜਾਂਦੀ ਹੈ ਇੱਕ ਹੱਦ ਤੱਕ, ਜਿੱਥੇ ਜਾ ਕੇ ਉਹ ਸੈਚੂਰੇਟ ਹੋ ਜਾਂਦੀ ਹੈ। ਮਤਲਬ ਜਿੱਥੇ ਜਾ ਕੇ ਉਹਦੀ ਸਮਰੱਥਾ ਖਤਮ ਹੋ ਜਾਂਦੀ ਵੀ ਇਦੋਂ ਬਾਅਦ ਕਰੰਟ ਲਗਾ ਕੇ ਉਹ ਚੁੰਬਕ ਨਹੀਂ ਬਣਾ ਸਕਦੀ ਹੈਗੀ, ਉੱਥੇ ਜਾ ਕੇ ਇਹ ਵੋਲਟੇਜ ਜਿਹੜੀ ਬਣਨੀ ਸਾਡੀ ਹਟ ਜਾਂਦੀ ਆ। ਤਾਂ ਆਹ ਸਾਡਾ 100% ਜਦੋਂ ਕਰੰਟ ਜਾਊਗਾ ਉਦੋਂ ਰੇਟਡ ਵੋਲਟੇਜ ਬਣੂਗੀ, ਜਿੰਨੀ ਵੀ ਉਹਦੀ ਰੇਟਡ ਵੋਲਟੇਜ ਉਹ ਪੈਦਾ ਕਰਨੀ ਹੋਈ ਉਹਨੇ। ਤਾਂ ਸੀਰੀਜ਼ ਜਨਰੇਟਰ ਦੇ ਵਿੱਚ ਇਹੀ ਹੈ ਸਾਰਾ ਕੁਛ। ਇਹਦੀ ਵਰਤੋਂ ਇਹਦੀ ਕਿੱਥੇ ਹੈਗੀ? ਇਹਦੀ ਵਰਤੋਂ ਹੈਗੀ ਆ ਬੱਚਿਓ ਫੀਡਰਾਂ ਦੇ ਵਿੱਚ, DC ਫੀਡਰ ਸਪਲਾਈ ਦੇ ਵਿੱਚ। ਇਹਨੂੰ ਕਹਿੰਦੇ ਹੈਗੇ ਬੂਸਟਰ। ਇਹਦੇ ਰਿਲੇਟਡ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹੁੰਦਾ ਗਾ ਕਿ DC ਜਿਹੜੇ ਜਨਰੇਟਰ ਨੇ ਸਾਡੇ, ਇਹਨਾਂ ਦੀ DC ਸੀਰੀਜ਼ ਜਨਰੇਟਰ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ, ਜਾਂ ਫਿਰ ਉਹ ਪੁੱਛਦਾ ਹੁੰਦਾ ਗਾ ਕਿ ਬੂਸਟਰਸ ਜਿਹੜੇ ਹੁੰਦੇ ਨੇਗੇ ਉਹ ਕਿਹਨਾਂ ਨੂੰ ਕਿਹਾ ਜਾਂਦਾ? ਟਰਾਂਸਫਾਰਮਰ ਨੂੰ ਕਿਹਾ ਜਾਂਦਾ ਗਾ, DC ਸੀਰੀਜ਼ ਜਨਰੇਟਰ ਨੂੰ ਕਿਹਾ ਜਾਂਦਾ ਗਾ, ਜਾਂ ਫਿਰ ਸਾਡੇ ਮੋਟਰਾਂ ਨੂੰ ਕਿਹਾ ਜਾਂਦਾ, ਕਿਹਨੂੰ ਕਿਹਾ ਜਾਂਦਾ, ਹੈ ਨਾ। ਤਾਂ ਉੱਥੇ ਜਿਹੜਾ ਆਨਸਰ ਆਊਗਾ DC ਸੀਰੀਜ਼ ਜਨਰੇਟਰ ਆਊਗਾ, ਨਾ ਸ਼ੰਟ ਆਊਗਾ ਨਾ ਆਪਣਾ ਸੈਪਰੇਟਲੀ ਆਊਗਾ।
ਉਹਦਾ ਕਾਰਨ ਇਹ ਹੁੰਦਾ ਵੀ ਜਿਵੇਂ ਆਪਾਂ ਕਹਿੰਦੇ ਗਰਮੀਆਂ ਦੇ ਵਿੱਚ ਵੋਲਟੇਜ ਘੱਟ ਜਾਂਦੀ ਹੈਗੀ, ਅਤੇ ਜਿਹੜਾ ਸਾਡੇ ਆਹ ਗ੍ਰਿਡ ਦੇ ਵਿੱਚੋਂ ਇੱਕ ਤਾਰ ਆ ਰਹੀ ਹੈਗੀ ਸਾਡੀ, ਜੇ ਉਹਦੇ ਰਾਹ ਦੇ ਵਿੱਚ ਇੱਕ ਆਪਣਾ ਜਨਰੇਟਰ ਲਗਾ ਦਿੱਤਾ ਜਾਵੇ ਸੀਰੀਜ਼, ਤਾਂ ਜਿਉਂ-ਜਿਉਂ ਲੋਡ ਵਧੂਗਾ ਤਿਉਂ ਤੇ ਸਾਡੀ ਜਿਹੜੀ ਚੁੰਬਕ ਹੈਗੀ ਉਹ ਵੱਧ ਜਾਏਗੀ, ਜਿਉਂ-ਜਿਉਂ ਚੁੰਬਕ ਵੱਧ ਜਾਏਗੀ ਸਾਡੀ ਵੋਲਟੇਜ ਵੀ ਵੱਧ ਜਾਏਗੀ। ਤਾਂ ਜਿੰਨਾ ਵੱਧ ਵੋਲਟੇਜ ਹੋਏਗੀ ਉਨਾ ਡਰੋਪ ਰਾਸਤੇ ਦੇ ਵਿੱਚ ਵੱਧ ਗਿਆ, ਪਰ ਜਨਰੇਟਰ ਨੇ ਉਸ ਡਰੋਪ ਨੂੰ ਪੂਰਾ ਕਰਤਾ। ਤਾਂ ਅਸੀਂ ਕਹਿ ਸਕਦੇ ਹਾਂਗੇ ਵੀ ਬੂਸਟਰਸ ਕੀ ਹੁੰਦੇ ਨੇਗੇ, ਉਹ DC ਫੀਡਰ ਵਾਸਤੇ, DC ਸਪਲਾਈ ਵਾਸਤੇ, ਫੀਡਰਾਂ ਦੀ ਵੋਲਟੇਜ ਨੂੰ ਪੂਰੀ ਕਰਨ ਵਾਸਤੇ ਵਰਤੇ ਜਾਂਦੇ ਨੇਗੇ। ਠੀਕ ਹੈ ਜੀ, ਇਹ ਤਾਂ ਸੀਗੀ DC ਸੀਰੀਜ਼ ਜਨਰੇਟਰ ਦੀਆਂ ਗੱਲਾਂ। ਇਹਦੇ ਬਾਰੇ ਗੱਲ ਯਾਦ ਰੱਖਣੀ ਆ, ਨੋ ਲੋਡ ਦੇ ਉੱਪਰ ਇਹ ਵੋਲਟੇਜ ਨਹੀਂ ਬਣਾਉਂਦੇ, ਇਹ ਪੂਰੀ ਵੋਲਟੇਜ ਨਹੀਂ ਬਣਾਉਂਦੇ, ਇਹ ਗੱਲ ਵੀ ਯਾਦ ਰੱਖਣੀ ਹੈ। ਠੀਕ ਹੈ ਜੀ, ਓਕੇ। ਚਲੋ ਤੀਜੇ ਤਰ੍ਹਾਂ ਦੇ ਜਿਹੜੇ ਜਨਰੇਟਰ ਹੈਗੇ ਸਾਡੇ, ਉਹ ਹੈਗੇ ਨੇਗੇ DC ਵੈਸਟ, ਤੀਜੇ ਨੇਗੇ ਸੈਪਰੇਟ, ਇਹਦੇ ਵਿੱਚ ਸੈਲਫ ਦੇ ਵਿੱਚ ਦੂਜੇ ਆ DC ਸ਼ੰਟ ਜਨਰੇਟਰ। ਸਭ ਤੋਂ ਇੰਪੋਰਟੈਂਟ ਜਨਰੇਟਰ ਨੇਗੇ ਇਹ ਬਹੁਤ ਇੰਪੋਰਟੈਂਟ ਆ ਬੱਚੇ। ਸ਼ੰਟ ਦਾ ਮਤਲਬ ਹੁੰਦਾ ਬੱਚੇ ਪੈਰਲਲ। ਇਹਦਾ ਫਾਇਦਾ ਇਹ ਆ, ਦੇਖੋ ਪਹਿਲਾਂ ਤਾਂ ਸੁਣ ਲਓ ਇਹਦੇ ਬਾਰੇ ਵੀ ਮੰਨ ਲਓ ਜਿਹੜਾ ਸਾਡੇ ਕੋਲ ਇੱਥੇ ਆਰਮੇਚਰ ਹੈਗਾ ਹੈ ਨਾ, ਆਰਮੇਚਰ ਦੇ ਪੈਰਲ ਦੇ ਵਿੱਚ ਪਹਿਲਾਂ ਆਪਾਂ ਇੱਕ ਵਾਈਂਡਿੰਗ ਰੱਖ ਦਾਂਗੇ, ਬਾਅਦ 'ਚੋਂ ਉਹਦੇ ਪੈਰਲ ਦੇ ਵਿੱਚ ਇੱਕ ਲੋਡ ਰੱਖ ਦਾਂਗੇ ਆਪਾਂ। ਵੀ ਮਤਲਬ ਕੀ ਆ, ਲੋਡ ਅਤੇ ਆਹ ਇਹ ਦੋਨੇ ਵਾਈਂਡਿੰਗਾਂ ਨੇ ਜਿਹੜੀਆਂ ਆਪਸ ਦੇ ਵਿੱਚ ਕਿਵੇਂ ਨੇ, ਪੈਰਲ 'ਚ ਨੇ। ਹੁਣ ਇੱਥੇ ਕਰੰਟਾਂ ਦਾ ਫਰਕ ਆ ਬੱਚੇ, ਕਰੰਟਸ ਜਿਹੜੇ ਨੇ ਨਾ, ਇੱਥੋਂ ਜਿਹੜਾ ਕਰੰਟ ਨਿਕਲੇਗਾ ਉਹ ਕਰੰਟ ਦਾ ਨਾਂ IA ਆ, ਕਿਉਂਕਿ ਆਰਮੇਚਰ ਆ ਨਾ ਇਹ ਸਾਡਾ। ਅਤੇ ਇਹ ਕਰੰਟ ਜਦੋਂ ਇੱਥੋਂ ਨਿਕਲੇਗਾ ਬੱਚੇ, ਦੇਖੋ ਇਹ ਹੁਣ ਇੱਧਰ ਨੂੰ ਜਾਵੇਗਾ ਕੁਛ ਕਰੰਟ ਇੱਧਰ ਨੂੰ ਜਾਏਗਾ। ਜਿਹੜਾ ਕਰੰਟ ਦਾ ਸ਼ੰਟ ਫੀਲਡ ਦੇ ਵਿੱਚ ਚਲਾ ਗਿਆ, ਸ਼ੰਟ ਫੀਲਡ ਦੇ ਵਿੱਚ ਉਹਦਾ ਨਾਮ ਹੈਗਾ ISH, ਸ਼ੰਟ ਦਾ ISH ਪਹਿਲਾ ਅੱਖਰ, ਪਹਿਲੇ ਦੋ ਅੱਖਰ। ਅਤੇ ਜਿਹੜਾ ਲੋਡ ਵਾਲੇ ਪਾਸੇ ਚਲਾ ਗਿਆ ਉਹਨੂੰ ਆਪਾਂ ਕਹਿੰਦੇ ਹਾਂ ਲੋਡ ਕਰੰਟ। ਤਾਂ ਸ਼ੰਟ ਜਨਰੇਟਰ ਵਾਸਤੇ ਪਹਿਲੀ ਗੱਲ ਯਾਦ ਰੱਖਣੀ ਹੈ ਵੀ ਜਿਹੜਾ ਕਰੰਟ ਹੁੰਦਾ IA ਉਹ ਬਰਾਬਰ ਹੁੰਦਾ ISH ਪਲੱਸ IL, ਇਹਦੇ ਬਰਾਬਰ ਹੁੰਦਾ ਬੱਚੇ ਉਹ। ਠੀਕ ਹੈ। ਦੂਜੀ ਗੱਲ, ਹੁਣ ਜਿਹੜੀ ਵੋਲਟੇਜ ਇੱਥੇ ਹੋਵੇਗੀ ਬੱਚਿਓ, ਜਿਹੜੀ ਵੀ ਵੋਲਟੇਜ ਸਾਡੀ ਆ ਟਰਮੀਨਲਾਂ ਦੇ ਉੱਪਰ ਹੋਵੇਗੀ ਇੱਥੇ ਇਸ ਵੋਲਟੇਜ ਦਾ ਨਾਂ ਤਾਂ ਸਾਨੂੰ ਪਤਾ ਹੀ ਆ, VT ਆ, ਪਤਾ ਨਾ। ਅਤੇ ਅੱਛਾ, ਜਿਹੜੀ ਇੱਥੇ ਵੋਲਟੇਜ ਹੈਗੀ ਸਾਡੀ, ਉਹੀ ਸਾਡੀ ਵੋਲਟੇਜ ਇਸ ਵਾਈਂਡਿੰਗ ਦੇ ਕ੍ਰੋਸ ਹੋਏਗੀ। ਅਤੇ ਉਹ ਵੋਲਟੇਜ ਬਣੇਗੀ ਕਿਵੇਂ, ਇਹ ਸਾਰੀ ਵੋਲਟੇਜ ਕਿਹੜੀ ਵੋਲਟੇਜ ਆ, ਆਹ ਇੱਥੇ ਆਹ ਸਿਰਿਆਂ ਦੇ ਉੱਪਰ ਵੀ, ਆਹ ਸਿਰਿਆਂ ਦੇ ਉੱਪਰ ਵੀ, ਅਤੇ ਇੱਥੇ ਵੀ। ਇਸ ਵੋਲਟੇਜ ਦਾ ਨਾਂ ਹੈਗਾ VT। ਅਤੇ VT ਬਣੀ ਕਿਵੇਂ, ਜਿਹੜੀ EG ਹੈਗੀ ਉਹਦੇ ਵਿੱਚੋਂ ਮਾਈਨਸ ਇਕੱਲੇ ਆਹ ਡਰੋਪ ਹੋਇਆ, ਬਾਅਦ 'ਚੋਂ ਤਾਂ ਕੁਛ ਡਰੋਪ ਹੋਏ ਨਹੀਂ, IARA। ਠੀਕ ਹੈ ਜੀ। ਤਾਂ ਇਹ ਸਾਡੇ ਕੋਲ ਆਹ ਇਕੁਏਸ਼ਨ ਬਣ ਗਈ ਸਾਡੀ, ਜਿਵੇਂ ਸਾਡੇ ਸੈਪਰੇਟਲੀ ਐਕਸਾਈਟਡ ਦੀ ਸੀ ਉਹੀ ਸਾਡੀ ਇਹਦੀ ਬਣ ਗਈ। ਹੁਣ ਇਹਦੇ ਵਿੱਚ ਬਸ ਉਹਦੇ ਵਿੱਚ ਕਰੰਟ ਸੇਮ ਸੀਗਾ, ਇਹਦੇ ਵਿੱਚ ਕਰੰਟ ਅਲੱਗ-ਅਲੱਗ ਨੇਗੇ। ਹੁਣ ਇਹਦੇ ਵਿੱਚ ਅਗਲੀ ਗੱਲ ਦੇਖੋ, ਜਿਹੜੀ ਸਾਡੀ ਸ਼ੰਟ ਫੀਲਡ ਵਾਈਂਡਿੰਗ, ਇਹਦੀ ਰਜਿਸਟੈਂਸ ਆਪਾਂ RSH ਲਿਖ ਲਾਂਗੇ ਵੀ ISH ਕੀ ਹੈਗਾ, ਫੀਲਡ ਵਾਈਂਡਿੰਗ ਦਾ ਕਰੰਟ ਹੈਗਾ, ਫੀਲਡ ਵਾਈਂਡਿੰਗ ਦਾ ਕਰੰਟ ਹੈਗਾ, ਜਿਹੜੀ ਕਿ ਪੈਰਲ ਦੇ ਵਿੱਚ ਰੱਖੀ ਹੋਈ ਹੈ। ਪੈਰਲ ਦਾ ਸਿੰਬਲ ਇਹ ਹੁੰਦਾ ਹੈਗਾ। ਹੁਣ ਜੇ ਮੈਂ ਇਹਦਾ ਕਰੰਟ ਦੀ ਵੈਲਿਊ ਕੱਢਣੀ ਹੋਵੇ ਵੀ ISH ਕਿੰਨਾ ਹੁੰਦਾ ਬੱਚਿਓ, ਤਾਂ ਕਰੰਟ ਦਾ ਫਾਰਮੂਲਾ ਵੈਸੇ DC ਸਰਕਟਾਂ 'ਚ ਆਪਾਂ ਵੋਲਟੇਜ ਬਟੇ ਰਜਿਸਟੈਂਸ ਨਹੀਂ ਪੜ੍ਹਿਆ ਸੀਗਾ। ਤਾਂ ਇੱਥੇ ਹੋਏਗਾ ਵੋਲਟੇਜ ਕਿਹੜੀ ਹੈ ਸਾਡੀ, ਵੋਲਟੇਜ ਕਿੰਨੀ ਆ ਰਾਜੇ, ਆਹ ਟਰਮੀਨਲਾਂ ਦੇ ਉੱਪਰ VT, ਅਤੇ ਇੱਥੇ ਰਜਿਸਟੈਂਸ ਕਿੰਨਾ ਬੱਚਿਓ RSH। ਤਾਂ ਇੱਥੋਂ ਆਪਣਾ ਆਹ ਕਰੰਟ ਨਿਕਲ ਜਾਏਗਾ। ਕਲੀਅਰ ਹੋ ਗਈ ਜੀ ਗੱਲ ਇਹ। ਆਹ ਦੋ ਫਾਰਮੂਲੇ ਇੱਥੇ ਯਾਦ ਕਰਨ ਵਾਲੇ। ਹੁਣ ਜਿਹੜਾ ਕੁਐਸਚਨ ਸੀਗਾ ਵੀ ਜਿਵੇਂ ਆਪਾਂ ਕਹਿੰਦੇ ਸੀਰੀਜ਼ ਦੇ ਵਿੱਚ ਵੋਲਟੇਜ ਨਹੀਂ ਬਣਦੀ, ਹੁਣ ਮੰਨ ਲਓ ਜੇ ਮੈਂ ਇੱਥੇ ਆਹ ਸਰਕਟ ਨੂੰ ਹਟਾ ਦਾਂ, ਇੰਨੇ ਕੁ ਨੂੰ ਓਪਨ ਕਰਦਾ ਮੈਂ, ਠੀਕ ਹੈ, ਤਾਂ ਜਿਹੜਾ ਆਹ ਸਰਕਟ ਇੱਦਾਂ ਹੋਏਗਾ ਬੱਚੇ, ਇੱਥੇ ਕੰਪਲੀਟ ਹੋ ਜਾਏਗਾ। ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਵੀ ਜੇ ਆਪਾਂ ਲੋਡ ਨਹੀਂ ਲਗਾਵਾਂਗੇ ਕਰੰਟ ਨਹੀਂ ਫਲੋ ਹੋਵੇਗਾ। ਜੇ ਇੱਧਰ ਨੂੰ ਕਰੰਟ ਨਹੀਂ ਜਾਵੇਗਾ ਵੱਖਰੀ ਗੱਲ ਆ, ਪਰ ਇੱਧਰ ਤਾਂ ਕਰੰਟ ਜਾਵੇਗਾ ਨਾ। ਤਾਂ ਜਿੰਨਾ ਕਰੰਟ ਚਾਹੀਦਾ ਹੁੰਦਾ ਗਾ ਪੂਰੀ ਵੋਲਟੇਜ ਬਣਾਉਣ ਨੂੰ, EG ਨੂੰ ਬਣਾਉਣ ਨੂੰ, ਉਸ ਹਿਸਾਬ ਨਾਲ ਆਪਾਂ ਇਹਦੀ ਰਜਿਸਟੈਂਸ ਰੱਖੀ ਹੁੰਦੀ ਆ।
ਅਤੇ ਰਜਿਸਟੈਂਸ ਇਹਦੀ ਕਿੰਨੀ ਕੁ ਹੁੰਦੀ ਹੈ ਇਹ ਗੱਲ ਬਾਰੇ ਵੀ ਆਪਾਂ ਦੇਖ ਲਓ ਵੀ ਜਿਹੜਾ RSH ਹੁੰਦਾ ਗਾ, ਜਿਹੜੀ ਫੀਲਡ ਵਾਈਂਡਿੰਗ ਦੀ ਰਜਿਸਟੈਂਸ ਹੁੰਦੀ ਆ, ਫੀਲਡ ਦੀ ਸੰਦ ਲਿਖੋ ਸ਼ੰਟ ਫੀਲਡ ਵਾਈਂਡਿੰਗ ਦੀ। ਸ਼ੰਟ ਫੀਲਡ ਵਾਈਂਡਿੰਗ ਦੀ ਰਜਿਸਟੈਂਸ ਜਿਹੜੀ ਹੁੰਦੀ ਆ ਉਹ ਜ਼ਿਆਦਾ ਹੁੰਦੀ ਆ, ਕਿਉਂਕਿ ਇਹ ਸਿੱਧਾ ਪਿਆ ਗਾ, ਜੇ ਘੱਟ ਹੋਵੇ ਇੱਥੇ ਕਰੰਟ ਬਹੁਤ ਜ਼ਿਆਦਾ ਹੋ ਜੂ, ਬਚ ਵੀ ਸਕਦੀ ਹੈ ਇਹ। ਠੀਕ ਹੈ ਜੀ, ਇੱਕ ਤਾਂ ਇਹ ਕਾਰਨ ਹੈ। ਦੂਜਾ ਕਾਰਨ, ਜੇ ਆਪਾਂ ਫੀਲਡ ਵਾਈਂਡਿੰਗ ਦਾ ਰਜਿਸਟੈਂਸ ਘੱਟ ਰੱਖਾਂਗੇ ਨਾ, ਜਦੋਂ ਆਪਾਂ ਲੋਡ ਲਗਾਵਾਂਗੇ ਤਾਂ ਵੱਧ ਕਰੰਟ ਇੱਧਰ ਹੀ ਜਾਈ ਜਾਊਗਾ, ਇੱਧਰ ਕਰੰਟ ਹੀ ਨਹੀਂ ਜਾਣਾ। ਤਾਂ ਫੀਲਡ ਵਾਈਂਡਿੰਗ ਦਾ ਜਿਹੜਾ ਰਜਿਸਟੈਂਸ ਹੁੰਦਾ ਇਹ ਵੱਧ ਰੱਖਿਆ ਜਾਂਦਾ ਹੈਗਾ। ਕਿੱਦਾਂ ਤਾਰ ਜਿਹੜੀ ਹੈਗੀ ਉਹ ਥਿੰਨ ਪਾਈ ਜਾਂਦੀ ਹੈਗੀ, ਪਤਲੀ ਤਾਰ ਹੁੰਦੀ ਹੈਗੀ। ਠੀਕ ਹੈ, ਅਤੇ ਜਿਹੜੀਆਂ ਨੰਬਰ ਆਫ ਟਰਨਾਂ ਨੇਗੀਆਂ, ਨੰਬਰ ਆਫ ਟਰਨਸ ਉਹ ਜ਼ਿਆਦਾ ਹੁੰਦੀਆਂ ਨੇਗੀਆਂ। ਇਹ ਗੱਲ ਲਿਖ ਲੈਣੀਆਂ ਨੇਗੀਆਂ, ਇਹ ਗੱਲਾਂ ਪੇਪਰ 'ਚ ਆਉਣਗੀਆਂ ਬੱਚਿਓ, ਵੀ ਪਤਲੀ ਤਾਰ ਹੁੰਦੀ ਹੈ ਅਤੇ ਟਰਨਾਂ ਵੱਧ ਹੁੰਦੀਆਂ ਨੇ, ਕਿਉਂਕਿ ਟਰਨਾਂ ਦੇ ਹਿਸਾਬ ਨਾਲ ਹੀ ਸਾਡੇ ਕੋਲ ਵੋਲਟੇਜ ਆਹ ਬਣੂਗੀ। ਆਪਣੇ ਕੋਲ ਚੁੰਬਕ, ਜਿਹੜੀ ਚੁੰਬਕ ਹੁੰਦੀ ਆ ਉਹ ਦੋ ਚੀਜ਼ਾਂ 'ਤੇ ਡਿਪੈਂਡ ਕਰਦੀ ਆ, ਜਾਂ ਤਾਂ ਕਰੰਟ ਦੇ ਉੱਪਰ ਜਾਂ ਟਰਨਾਂ ਦੇ ਉੱਪਰ। ਕਿਉਂਕਿ MMF ਦਾ ਫਾਰਮੂਲਾ ਆਪਾਂ ਦੇਖਿਆ ਸੀ ਨਾ, ਕੀ ਹੁੰਦਾ ਹੈਗਾ, N/I। ਹੁਣ DC ਸ਼ੰਟ ਦੇ ਵਿੱਚ ਤਾਂ ਆਪਾਂ ਟਰਨਾਂ ਵਧਾ ਕੇ ਚੁੰਬਕ ਬਣਾਉਣੇ ਆ, ਟਰਨਾਂ ਬਹੁਤ ਜ਼ਿਆਦਾ ਵੱਧ ਹੁੰਦੀਆਂ, ਕਿਉਂਕਿ ਕਰੰਟ ਤਾਂ ਆਪਾਂ ਘੱਟ ਫਲੋ ਕਰਵਾ ਰਹੇ ਹਾਂ। ਕਿਉਂਕਿ ਕਰੰਟ ਆਪਾਂ ਕਿੱਧਰ ਭੇਜਣਾ ਗਾ, ਜਿਹੜਾ ਵੀ ਕਰੰਟ ਬਣੇ ਉਹ ਸਾਰਾ ਇੱਧਰ ਜਾਵੇ। ਜੇ ਨਹੀਂ ਓਪਨ ਹੈਗਾ, ਜੇ ਇਹ ਇੱਥੇ ਜੇ ਹਜੇ ਲੱਗਿਆ ਨਹੀਂ ਹੋਇਆ ਹੈਗਾ, ਤਾਂ ਸਾਡੇ ਕੋਲ ਇੰਨਾ ਕਰੰਟ ਨਾ ਹੋਵੇ ਕਿਤੇ ਇਹਨੂੰ ਫੂਕ ਕੇ ਦੇਵੇ, ਸਾਡੀ ਜਿਹੜੀ ਆ ਵਾਈਂਡਿੰਗ ਹੈ ਨਾ, ਕਿਤੇ ਇਹਨੂੰ ਬਚਾਏ ਦੇਵੇ, ਉਹ ਇਹਨੂੰ ਬਚਾਏ ਦੇਵੇ। ਤਾਂ ਇੱਥੇ ਰਜਿਸਟੈਂਸ ਜਿਹੜੀ ਹੈਗੀ ਉਹ ਵੱਧ ਰੱਖੀ ਜਾਂਦੀ ਹੈ, ਇਹ ਗੱਲ ਦਾ ਧਿਆਨ ਰੱਖਣਾ ਗਾ। ਠੀਕ ਹੈ ਜੀ, ਤਾਂ ਇਹਦੇ ਵਿੱਚ ਸਾਡੇ ਕੋਲ ਟਰਨਾਂ ਵਧਾ ਕੇ ਅਸੀਂ ਚੁੰਬਕ ਵਧਾਉਣੇ ਆ। ਜੇ ਆਪਣੇ ਕੋਲ ਸੀਰੀਜ਼ ਜਿਹੜੀ ਵਾਈਂਡਿੰਗ ਸੀਗੀ, ਜਿਹੜਾ ਸੀਰੀਜ਼ ਜਨਰੇਟਰ ਸੀਗਾ, ਉਹਦੇ ਵਿੱਚ ਕਰੰਟ ਨੂੰ ਵਧਾ ਕੇ ਵਧਾਈਆਂ ਸੀਗੀਆਂ ਆਪਾਂ, ਜਿਹੜੀ ਚੁੰਬਕ ਵਧਾਈ ਸੀਗੀ, ਵੀ ਕਰੰਟ ਵੱਧ ਫਲੋ ਹੁੰਦਾ ਉਹਦੇ ਅੰਦਰ, ਕਿਉਂਕਿ ਲੋਡ ਵਾਲਾ ਸਾਰਾ ਕਰੰਟ ਇਹਦੇ ਵਿੱਚ ਦੀ ਜਾਂਦਾ ਹੈਗਾ, ਉੱਥੇ ਟਰਨਾਂ ਘੱਟ ਸੀਗੀਆਂ। ਤਾਂ ਇਹ ਹੈਗਾ ਸ਼ੰਟ ਜਨਰੇਟਰ, ਸਭ ਤੋਂ ਸਸਤਾ ਜਨਰੇਟਰ ਹੈਗਾ, ਸਭ ਤੋਂ ਵੱਧ ਵਰਤਿਆ ਜਾਣ ਵਾਲਾ ਜਨਰੇਟਰ ਹੈਗਾ ਇਹ। ਓਕੇ ਜੀ, ਇਹਦੇ ਮੈਂ ਇੱਕ ਤਾਂ ਨੂਮੈਰੀਕਲ ਜਿਹੜਾ ਤੁਹਾਨੂੰ ਲਿਖਿਆ ਲਿਖਾਇਆ ਭੇਜ ਦੂੰਗਾ, ਕੋਈ ਫਰਕ ਨਹੀਂ ਹੈਗਾ, ਜਿਹੜਾ ਨੂਮੈਰੀਕਲ ਉਹਦਾ ਸੀਗਾ ਉਹੀ ਇਹਦਾ ਹੋਏਗਾ। ਜਿਵੇਂ ਆਪਾਂ ਇਹਦੇ ਵਿੱਚ ਵੀ ਤਾਂ ਆਹੀ ਫਾਰਮੂਲਾ ਲਗਾਇਆ ਸੀਗਾ ਨਾ, ਜਿਹੜਾ ਤੁਹਾਨੂੰ ਕਰਕੇ ਦਿਖਾਇਆ ਹੈਗਾ ਕੁਐਸਚਨ ਸੈਪਰੇਟਲੀ ਐਕਸਾਈਟਡ ਦੇ ਵਿੱਚ, ਇਹਦੇ ਵਿੱਚ ਵੀ ਇਹੀ ਹੋਏਗਾ। ਓਕੇ, ਹੁਣ ਇਹਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਉਹ ਕਿੱਥੇ ਜਾਂਦੀ ਹੈ? ਸਿੰਪਲ ਵਰਤੋਂ ਆ ਉਹਦੀ ਲਾਈਟਨਿੰਗ ਲੋਡ ਵਾਸਤੇ। ਇਹਦੀ ਐਪਲੀਕੇਸ਼ਨ ਲਿਖ ਲਓ, ਐਪਲੀਕੇਸ਼ਨ ਇਹਦੀ ਕਿੱਥੇ ਹੈਗੀ? ਲਾਈਟਨਿੰਗ ਲੋਡ ਵਾਸਤੇ। ਲਾਈਟਨਿੰਗ ਲੋਡ ਹੁੰਦਾ ਜਿਵੇਂ ਆਪਾਂ ਲੋਡ ਪੱਖੇ ਚਲਾਉਣੇ ਆ, ਬੱਲਬ ਚਲਾਉਣੀਆਂ ਜੇ ਕਿਤੇ, ਜਾਂ ਟਿਊਬਾਂ ਚਲਾਉਣੀਆਂ ਨੇ, ਉੱਥੇ ਲਾਈਟਨਿੰਗ ਲੋਡ ਵਾਸਤੇ। ਠੀਕ ਹੈ, ਜਿੱਥੇ ਸਾਨੂੰ, ਜਾਂ ਫਿਰ ਆਪਾਂ ਇੱਥੇ ਇਹਦੇ ਵਿੱਚ ਕੀ ਹੁੰਦੀ ਹੈ, ਲਗਭਗ ਕੌਨਸਟੈਂਟ ਜੀ ਵੋਲਟੇਜ ਹੁੰਦੀ ਹੈ, ਬੈਟਰੀ ਚਾਰਜਰ ਵਾਸਤੇ ਵੀ ਇਹਨੂੰ ਯੂਜ਼ ਕਰ ਸਕਦੇ ਹੈਗੇ। ਜੇ ਆਪਾਂ ਬੈਟਰੀਆਂ ਚਾਰਜ ਕਰਨੀਆਂ, DC ਸਪਲਾਈ ਨਾਲ ਹੁੰਦੀ ਹੈ ਨਾ ਬੈਟਰੀਆਂ ਚਾਰਜ। ਜੇ ਆਪਾਂ ਇਹਦਾ ਗ੍ਰਾਫ ਬਣਾਉਣਾ ਚਾਹੀਏ ਬੱਚੇ, ਹੁਣ ਇੱਧਰਲੇ ਪਾਸੇ ਆਪਾਂ ਆਰਮੇਚਰ ਕਰੰਟ ਲੈ ਲਈਏ ਜਾਂ ਫਿਰ ਲੋਡ ਕਰੰਟ ਲੈ ਲਈਏ, ਇੱਧਰਲੇ ਪਾਸੇ ਆਪਾਂ ਟਰਮੀਨਲ ਵੋਲਟੇਜ ਲੈ ਲਈਏ, ਤਾਂ ਸਾਡੇ ਕੋਲ ਇਹ ਇੱਦਾਂ ਜਾਏਗੀ। ਮੰਨ ਲਓ ਆਹ ਲਾਈਨ ਇੱਦਾਂ ਗਈ, ਤਾਂ ਲਾਈਨ ਥੋੜ੍ਹੀ ਜਿਹੀ ਲੋਡ ਵਧਣਾ, ਥੋੜ੍ਹੀ ਜਿਹੀ ਵੋਲਟੇਜ ਘੱਟ ਜਾਏਗੀ। ਮੰਨ ਲਓ ਇੱਥੇ ਵੋਲਟੇਜ ਜਿਹੜੀ ਹੈ ਤੁਹਾਡੀ ਉਹ ਹੈਗੀ 240, ਅਤੇ ਇੱਥੇ ਜਿਹੜੀ ਵੋਲਟੇਜ ਰਹਿ ਜਾਏਗੀ ਤੁਹਾਡੀ ਉਹ 220 ਰਹਿ ਜਾਏਗੀ। ਜਿਹੜਾ ਆਹ ਡਰੋਪ ਆ ਇੱਥੋਂ ਲੈ ਕੇ ਇੱਥੇ ਤੱਕ ਦਾ ਡਰੋਪ, ਇਹ ਡਰੋਪ ਦਾ ਨਾਂ ਹੈਗਾ IAR। ਵੀ ਥੋੜ੍ਹੇ ਡਰੋਪ IAR ਡਰੋਪ ਹੋਣਗੇ, ਅਦਰਵਾਈਜ਼ ਲੋਡ ਦੇ ਬਦਲ ਨਾਲ ਲਗਭਗ ਸਾਡੀ ਵੋਲਟੇਜ ਬਰਾਬਰ ਜੀ ਰਹੇਗੀ। ਪਰ DC ਜਨਰੇਟਰ ਦੇ ਵੀ ਤਾਂ ਦੇਖਿਓ ਕਿੰਨਾ ਜ਼ਿਆਦਾ ਫਰਕ ਪੈਂਦਾ ਸੀਗਾ, ਕਿੰਨੀ ਵੱਧਦੀ ਘੱਟਦੀ ਸੀਗੀ। ਆਹ ਕੁਛ ਤਾਂ ਨਹੀਂ ਹੈਗਾ ਨੇ ਇਹਦੇ ਵਿੱਚ, ਤਾਂ ਇਹਨੂੰ ਆਪਾਂ ਕੌਨਸਟੈਂਟ ਵੋਲਟੇਜ ਜਨਰੇਟਰ ਕਹਿੰਦੇ ਹਾਂ ਵਿੱਚ, ਕੌਨਸਟੈਂਟ ਵੋਲਟੇਜ ਜਨਰੇਟਰ। ਬਸ ਇਹਦੇ ਵਿੱਚ ਥੋੜ੍ਹੀ ਜਿਹੀ ਗੱਲ ਇਹ ਹੁੰਦੀ ਹੈ ਵੀ ਇੰਨੀ ਕੁ ਵੀ ਜਿਹੜੀ ਥੋੜ੍ਹੀ ਘੱਟਦੀ ਹੈ, ਇਹ ਵੀ ਦਿੱਕਤ ਵਾਲੀ ਗੱਲ ਹੈਗੀ। ਘੱਟ ਦਿੱਕਤ ਆ ਚਲੋ, ਪਰ ਜੇ ਆਹ ਵੀ ਨਾ ਘਟੇ ਤਾਂ ਬਹੁਤ ਵਧੀਆ ਗੱਲ ਆ। ਠੀਕ ਹੈ ਜੀ, ਇਹਦੇ ਵਿੱਚ ਅਸੀਂ ਇਹੀ ਯਾਦ ਕੀਤਾ ਹੈਗਾ ਵੀ ਜਿਹੜੀ ਸਾਡੀ ਫੀਲਡ ਵਾਈਂਡਿੰਗ ਹੁੰਦੀ ਆ, ਉਹਦੀ ਰਜਿਸਟੈਂਸ ਜਿਹੜੀ ਹੁੰਦੀ ਹੈਗੀ ਉਹ ਵੱਧ ਹੁੰਦੀ ਹੈਗੀ, ਨੰਬਰ ਆਫ ਟਰਨਾਂ ਵੱਧ, ਰਜਿਸਟੈਂਸ ਵੀ ਵੱਧ ਹੁੰਦੀ ਹੈਗੀ। ਠੀਕ ਆ, ਕਿੰਨੀ ਕੁ ਹੁੰਦੀ ਆ ਬੱਚੇ? ਇਹ ਹੁੰਦੀ ਆ 500 ਤੋਂ ਲੈ ਕੇ 700, ਕੁਝ ਸੈਂਕੜੇ ਓਹਮ, ਕੁਝ ਸੈਂਕੜੇ ਮਤਲਬ 500, 700, 700, 800, ਇੰਨੀ ਕੁ ਰਜਿਸਟੈਂਸ ਹੁੰਦੀ ਹੈ ਇਹਦੀ। ਇਹ ਯਾਦ ਰੱਖ ਲਿਓ, ਲਗਭਗ ਇੰਨੀ ਕੁ ਹੁੰਦੀ ਆ। 20,000 30,000 ਵੀ ਨਹੀਂ ਹੋਵੇਗੀ, 700-800 ਦੀ ਰੇਂਜ ਦੇ ਵਿੱਚ ਹੋਏਗੀ। ਦੂਜੀ ਗੱਲ ਯਾਦ ਰੱਖਣੀ ਹੈ, ਨੰਬਰ ਆਫ ਟਰਨਾਂ ਜਿਹੜੀਆਂ ਹੁੰਦੀਆਂ ਨੇ, ਟਰਨਾਂ ਲਪੇਟੇ, ਉਹ ਵੀ ਵੱਧ ਹੁੰਦੇ ਨੇਗੇ। ਤੀਜੀ ਗੱਲ, ਕੌਨਸਟੈਂਟ ਵੋਲਟੇਜ ਜਨਰੇਟਰ, ਕੌਨਸਟੈਂਟ ਵੋਲਟੇਜ ਜਨਰੇਟਰ ਹੈਗਾ। ਨੋ ਲੋਡ ਦੇ ਉੱਪਰ ਵੀ ਰੇਟਡ ਵੋਲਟੇਜ ਪੈਦਾ ਹੁੰਦੀ ਹੈਗੀ, ਜਿਹੜੀ ਕਿ ਕੀ 'ਚ ਨਹੀਂ ਹੁੰਦੀ ਸੀਗੀ, ਸੀਰੀਜ਼ ਦੇ ਵਿੱਚ। ਲਾਸਟ ਆਉਂਦਾ ਹੈਗਾ DC
ਕੰਪਾਊਂਡ ਜਨਰੇਟਰ। ਇਹਦੇ ਵਿੱਚ ਆਪਾਂ ਕੀ ਕਰਦੇ ਹਾਂ ਬੱਚੇ, ਇਹਦੇ ਵਿੱਚ ਇੱਕ ਤਾਂ ਆਪਾਂ ਆਹ ਵਾਈਂਡਿੰਗ ਲੈ ਲਈ ਹੈ ਨਾ, ਜਿਹੜੀ ਸਾਡੀ ਸ਼ੰਟ ਵਾਈਂਡਿੰਗ ਸੀਗੀ ਵੱਧ ਰਜਿਸਟੈਂਸ ਵਾਲੀ ਉਹੀ ਹੈਗੀ, ਕੋਈ ਫਰਕ ਨਹੀਂ ਹੈਗਾ। ਜਿਹੜਾ ਆਪਾਂ ਆਰਮੇਚਰ ਲਗਾਉਣਾ ਗਾ ਹੈ ਨਾ, ਆਹ ਇਸ ਆਰਮੇਚਰ ਦੇ ਸੀਰੀ ਦੇ ਵਿੱਚ ਥੋੜ੍ਹੀ ਜਿਹੀ ਵਾਈਂਡਿੰਗ ਪਾ ਦੇਣੀ ਹੈਗੀ। ਇਹ ਇੰਨੀ ਕੁ ਪਾਉਣੀ ਹੈ ਵੀ ਜਦੋਂ ਤੁਹਾਨੂੰ ਦੱਸ ਦਿੰਦਾ ਮੈਂ, 1 ਮਿੰਟ, ਆਹ VT ਹੋਏਗੀ ਸਾਡੀ, ਇੱਥੇ ਬੱਚੇ ਹੋਏਗਾ EG, ਸੌਰੀ ਇੱਥੇ EG ਪੈਦਾ ਹੋਏਗੀ। ਜਿਹੜਾ ਕਰੰਟ ਹੈਗਾ ਜਿਹੜਾ ਇੱਥੋਂ ਨਿਕਲੇਗਾ ਉਹ I ਹੋਵੇਗਾ। ਇੱਧਰ ਨੂੰ ਕਰੰਟ ਗਿਆ IL, ਇੱਧਰ ਨੂੰ ਕਰੰਟ ਗਿਆ ISH। ਹੁਣ ਤੁਸੀਂ ਕਹੋਗੇ ਜੀ ਆਹ ਇੱਧਰ ਕਿਵੇਂ ਬਣਾ ਲਿਆ, ਵਿਚਾਲੇ ਬਣਾ ਲਿਆ ਤੁਸੀਂ, ਇੱਧਰ ਬਣਾ ਲਿਆ, ਇਹਨੂੰ ਇੱਦਾਂ ਕਿਉਂ ਨਹੀਂ ਬਣਾਇਆ ਵੀ ਇੱਧਰਲੇ ਪਾਸੇ ਆਰਮੇਚਰ ਬਣਾਉਂਦੇ ਤੁਸੀਂ, ਇੱਧਰਲੇ ਪਾਸੇ ਤੁਸੀਂ ਫੀਲਡ ਬਣਾਉਂਦੇ, ਇੱਧਰਲੇ ਪਾਸੇ ਤੁਸੀਂ ਜਿਹੜਾ ਰਜਿਸਟੈਂਸ ਬਣਾਉਂਦੇ, ਇੱਥੇ ਤੁਸੀਂ ਆਹ ਫੀਲਡ ਵਾਈਂਡਿੰਗ ਇੱਥੇ ਲਗਾ ਦਿੰਦੇ। ਇੱਕੋ ਹੀ ਗੱਲ ਆ, ਆਹ ਡਾਇਗਰਾਮ ਅਤੇ ਆਹ ਡਾਇਗਰਾਮ 'ਚ ਕੋਈ ਫਰਕ ਨਹੀਂ। ਮੇਨ ਕਨੈਕਸ਼ਨ ਦੇਖੀ ਦੇ ਹੁੰਦੇ, ਮੇਨ ਇਹ ਨਹੀਂ ਦੇਖਣਾ ਵੀ ਅੱਗੇ ਪਿੱਛੇ ਕੀ ਲੱਗਿਆ ਹੋਇਆ ਨਾ, ਅਸੀਂ ਕਨੈਕਸ਼ਨ ਦੇਖਣੇ ਆ। ਕਨੈਕਸ਼ਨ ਤਾਂ ਉਹੀ ਨੇ ਵੀ ਜਿਹੜੀ ਆਹ ਵਾਈਂਡਿੰਗ ਆ, ਇਹ ਆਹ ਵਾਈਂਡਿੰਗ ਅਤੇ ਲੋਡ, ਤਿੰਨ ਚੀਜ਼ਾਂ ਕਾਹਦੇ ਵਿੱਚ ਨੇਗੀਆਂ, ਇਹ ਪੈਰਲਲ ਦੇ ਵਿੱਚ ਨੇਗੀਆਂ। ਬਸ ਫਰਕ ਇੰਨਾ ਕੁ ਆਇਆ ਵੀ ਇੱਥੇ ਪਹਿਲਾਂ ਜਿਹੜਾ ਆਰਮੇਚਰ ਸੀਗਾ ਸਾਡਾ, ਆਰਮੇਚਰ ਦੇ ਸੀਰੀਜ਼ ਦੇ ਵਿੱਚ ਇੱਕ ਛੋਟੀ ਜਿਹੀ ਵਾਈਂਡਿੰਗ ਲਗਾਤੀ ਆਪਾਂ। ਇਹ ਵਾਈਂਡਿੰਗ ਕੀ ਕਰੂਗੀ, ਸਾਡੇ ਕੋਲੇ ਪ੍ਰੋਬਲਮ ਸੁਣ ਲਓ ਪਹਿਲਾਂ, ਜਿਹੜੀ ਆਹ ਵੋਲਟੇਜ ਘਟਦੀ ਨਹੀਂ ਹੈਗੀ, ਆਪਾਂ ਇਹ ਲਾਈ ਆ ਵੀ ਇੰਨੀ ਕੁ ਵੋਲਟੇਜ ਸਾਡੀ ਵੱਧ ਜਾਵੇ, ਪਿੱਛੋਂ ਹੀ ਵੱਧ ਜਾਵੇ ਜਿਹੜੀ ਪੈਦਾ ਹੋ ਰਹੀ ਆ। ਉਹਨੂੰ ਤੁਹਾਨੂੰ ਪਤਾ ਆਪਾਂ ਸੈਪਰੇਟਲੀ ਦੇ ਵਿੱਚ ਕਾਹਦੇ ਨਾਲ ਵਧਾਇਆ ਸੀਗਾ, ਬੈਟਰੀ ਨੂੰ ਵਧਾ ਕੇ। ਹੁਣ ਇੱਥੇ ਕੀ ਕਰਾਂਗੇ ਬੱਚੇ, ਜਦੋਂ ਲੋਡ ਵਾਲਾ ਕਰੰਟ ਦੇਖੋ, ਜਦੋਂ ਤਾਂ ਲੋਡ ਵਾਲਾ ਕਰੰਟ ਘੱਟ ਹੋਊਗਾ, ਨੋਰਮਲ ਹੋਊਗਾ, ਉਸ ਵੇਲੇ ਸਾਡੇ ਕੋਲ ਵੈਸੀ ਵੋਲਟੇਜ ਪੂਰੀ ਹੁੰਦੀ ਹੈਗੀ। ਲੋਡ ਵਧਣ ਵਾਲੇ ਵੋਲਟੇਜ ਘਟਦੀ ਹੈ ਨਾ, ਜੇ ਲੋਡ ਵਧੂਗਾ ਰਾਜੇ ਕਰੰਟ ਵੱਧ ਜੂਗਾ ਹੈ ਨਾ, ਆਰਮੇਚਰ ਵਾਲਾ। ਉਹਨੂੰ ਲੰਘ ਕੇ ਕਿਹਦੇ ਵਿੱਚ ਜਾਣਾ ਪਊਗਾ, ਵਾਈਂਡਿੰਗ ਦੇ ਵਿੱਚ ਦੀ, ਅਤੇ ਵਾਈਂਡਿੰਗ ਕੀ ਪੈਦਾ ਕਰੂਗੀ, ਫਲਕਸ ਪੈਦਾ ਕਰੂਗੀ। ਜੇ ਫਲਕਸ ਪੈਦਾ ਹੋਊਗੀ ਸਾਡੇ ਕੋਲ ਵੋਲਟੇਜ ਪਹਿਲਾਂ ਨਾਲੋਂ ਵੱਧ ਜੂਗੀ। ਤਾਂ ਕੰਪਾਊਂਡ ਜਨਰੇਟਰ ਜਿਹੜੇ ਹੁੰਦੇ ਨੇ ਬੱਚੇ, ਉਹ ਕੰਪਾਊਂਡ ਜਨਰੇਟਰਾਂ ਦੇ ਵਿੱਚ ਇਹੀ ਚੀਜ਼ ਹੈਗੀ। ਜੇ ਆਪਾਂ ਇਹਦਾ ਫਾਰਮੂਲਾ ਸੇਮ ਹੋਊਗਾ ਵੀ ਜਿਹੜੀ EG ਹੈਗੀ ਉਹਦੇ ਵਿੱਚੋਂ -IARA ਮਾਈਨਸ IA ਕਰੰਟ ਇੱਥੋਂ ਜਾ ਰਿਹਾ ਨਾ, IA ਅਤੇ RSE, ਜਿਹੜਾ ਆਹ RSE ਆ ਇਹਦਾ ਜਿਹੜਾ ਰਜਿਸਟੈਂਸ ਹੈਗੀ, ਉਦੋਂ ਬਾਅਦ 'ਚ ਸਾਡੇ ਕੋਲ ਇੱਥੇ ਹੋਏਗਾ VT। ਇਹ ਕੰਪਾਊਂਡ ਜਨਰੇਟਰ, ਇਹਦੇ ਬਾਰੇ ਤੁਹਾਨੂੰ ਬਾਹਲਾ ਨਹੀਂ ਪੁੱਛਦਾ ਹੈਗਾ, ਬਸ ਥੋੜ੍ਹਾ ਜਿਹਾ ਇਹੀ ਪਤਾ ਕਰਨਾ ਤੁਸੀਂ ਵੀ ਕੀ ਯਾਦ ਰੱਖਣਾ ਗਾ। ਇੱਕ ਵਾਈਂਡਿੰਗ ਜਿਹੜੀ ਹੁੰਦੀ ਹੈਗੀ ਸ਼ੰਟ ਵਾਈਂਡਿੰਗ, ਉਹ ਪੈਰਲਲ 'ਚ ਰੱਖੀ ਜਾਂਦੀ ਹੈਗੀ, ਅਤੇ ਥੋੜ੍ਹੀ ਜਿਹੀ ਵਾਈਂਡਿੰਗ ਜਿਹੜੀ ਹੁੰਦੀ ਆ ਉਹ ਆਰਮੇਚਰ ਦੇ, ਜਿਹੜਾ ਆਰਮੇਚਰ ਹੈਗਾ ਇਹਦੇ ਸੀਰੀ ਦੇ ਵਿੱਚ ਵੀ ਥੋੜ੍ਹੀ ਜਿਹੀ ਫੀਲਡ ਵਾਈਂਡਿੰਗ ਰੱਖੀ ਜਾਂਦੀ ਹੈਗੀ। ਅਤੇ ਜਿਹੜਾ ਲੋਡ ਹੁੰਦਾ ਗਾ, ਉਹ ਲੋਡ ਕਿਹਦੇ ਪੈਰਲਲ 'ਚ ਹੁੰਦਾ, ਆਰਮੇਚਰ ਦੇ ਨਹੀਂ ਹੁੰਦਾ ਹੈਗਾ, ਉਹ ਆਰਮੇਚਰ ਅਤੇ ਸੀਰੀਜ਼ ਵਾਈਂਡਿੰਗ ਦੋਨਾਂ ਨੂੰ ਮਿਲਾ ਕੇ ਸਰਕਟ ਜਿਹੜਾ ਬਣਦਾ ਉਹਦੇ ਪੈਰਲਲ 'ਚ ਹੁੰਦਾ ਲੋਡ, ਠੀਕ ਹੈ ਜੀ। ਜਾਂ ਫਿਰ ਲੋਡ ਜਿਹੜਾ ਹੁੰਦਾ ਹੈਗਾ ਉਹ ਸ਼ੰਟ ਵਾਈਂਡਿੰਗ ਦੇ ਪੈਰਲਲ 'ਚ ਹੁੰਦਾ ਹੈਗਾ। ਇਹ ਗੱਲਾਂ ਧਿਆਨ ਰੱਖ ਲੈਣੀਆਂ ਨੇਗੀਆਂ, ਠੀਕ ਹੈ ਜੀ। ਇਹਦੀ ਜਿਹੜੀ ਵਰਤੋਂ ਆ ਗਈ ਉਹ ਕਿੱਥੇ ਹੁੰਦੀ ਹੈਗੀ, ਉਹ ਪੰਚਿੰਗ ਮਸ਼ੀਨਾਂ ਦੇ ਵਿੱਚ ਹੁੰਦੀ ਹੈਗੀ, ਠੀਕ ਹੈ। ਜਿੱਥੇ ਸਾਨੂੰ ਬਹੁਤ ਜ਼ਿਆਦਾ ਵੋਲਟੇਜ ਚਾਹੀਦੀ ਹੈਗੀ, ਮਤਲਬ ਲੋਡ ਦੇ ਵਧਣ ਨਾਲ ਵੋਲਟੇਜ ਘਟੇ ਨਾ, ਅਸੀਂ ਇਹ ਥਾਵਾਂ ਦੇ ਉੱਪਰ ਪੰਚਿੰਗ ਮਸ਼ੀਨਾਂ ਹੋ ਗਈਆਂ ਜਾਂ ਸ਼ੇਅਰਿੰਗ ਮਸ਼ੀਨਾਂ ਹੋ ਗਈਆਂ, ਉੱਥੇ ਇਹਨਾਂ ਦੀ ਵਰਤੋਂ ਹੁੰਦੀ ਹੈ। ਤਾਂ ਇਹ ਸੀਗਾ ਬੱਚਿਓ ਅੱਜ ਦਾ ਟੌਪਿਕ। ਤਾਂ ਤਿੰਨੇ ਜਨਰੇਟਰਾਂ ਬਾਰੇ ਤੁਹਾਨੂੰ ਪਤਾ ਲੱਗ ਗਿਆ। ਪਹਿਲਾ ਜਨਰੇਟਰ ਜਿਹੜਾ ਸੀਗਾ, ਇੱਕ ਲਾਸਟ ਦੇ ਵਿੱਚ ਸਮਝਾ ਦਿੰਦਾ ਗਾ। ਸਭ ਤੋਂ ਪਹਿਲਾਂ ਅਸੀਂ ਪੜ੍ਹਿਆ ਸੈਪਰੇਟਲੀ। ਮੇਨ ਇਹਦੇ ਪੁਆਇੰਟ ਇਹੀ ਸੀਗੇ ਕਿ ਅਲੱਗ ਤੋਂ ਬੈਟਰੀ ਲਗਾਈ ਹੁੰਦੀ ਹੈਗੀ, ਬੈਟਰੀ ਦੀ ਵੋਲਟੇਜ ਵਧਾ ਕੇ, ਬੈਟਰੀ ਦੀ ਵੋਲਟੇਜ ਨੂੰ ਵਧਾ ਕੇ ਅਸੀਂ ਜਿਹੜੀ ਟਰਮੀਨਲ ਵੋਲਟੇਜ ਆ EG ਵਧਾ ਕੇ ਟਰਮੀਨਲ ਵੋਲਟੇਜ ਵਧਾ ਸਕਦੇ ਹੈਗੇ, ਸਾਡੇ ਹੱਥ 'ਚ ਹੈਗਾ। ਦੂਜਾ ਅਸੀਂ ਪੜ੍ਹਿਆ ਸੀਗਾ ਸੀਰੀਜ਼। ਸੀਰੀਜ਼ ਕੰਮ ਕਾਰੇ ਵਰਤਿਆ ਕਾਹਦੇ ਵਾਸਤੇ ਜਾਂਦਾ, ਬੂਸਟਰ ਵਾਸਤੇ, ਠੀਕ ਆ। ਜਿਹੜੀ ਇਹਦੀ ਫੀਲਡ ਵਾਈਂਡਿੰਗ ਹੁੰਦੀ ਹੈਗੀ, ਫੀਲਡ ਵਾਈਂਡਿੰਗ ਰਜਿਸਟੈਂਸ ਜਿਹੜੀ ਹੁੰਦੀ ਆ ਉਹ ਬਹੁਤ ਘੱਟ ਹੁੰਦੀ ਹੈਗੀ। ਘੱਟ ਕਾਹਦੇ ਨਾਲ ਬਣਾਇਆ ਜਾਂਦਾ ਹੈਗਾ, ਮੋਟੀ ਤਾਰ ਕਰਕੇ, ਮੋਟੀ ਤਾਰ ਪਾਈ ਹੁੰਦੀ ਹੈਗੀ, ਠੀਕ ਹੈ ਜੀ। ਇਹਦੇ ਵਿੱਚ ਤਿੰਨੇ ਕਰੰਟ ਬਰਾਬਰ ਹੁੰਦੇ ਆ, ਲੋਡ ਕਰੰਟ, IA ਕਰੰਟ ਅਤੇ ISE ਜਿਹੜਾ ਕਰੰਟ ਹੋਊਗਾ, ਉਹ ਤਿੰਨੇ ਕਰੰਟ ਬਰਾਬਰ ਹੁੰਦੇ ਆ ਸੀਰੀਜ਼ ਵਾਸਤੇ। ਨੋ ਲੋਡ ਦੇ ਉੱਪਰ ਜਿਹੜੀ ਵੋਲਟੇਜ ਬਣਦੀ ਹੈਗੀ, ਨੋ ਲੋਡ ਦੇ ਸਿਰਫ 2 ਵੋਲਟ ਬਣਦੀ ਆ, ਕਾਹਦੇ ਕਰਕੇ, ਰੈਜ਼ੀਡਿਊਲ ਕਰਕੇ। ਜੇ ਲੋਡ ਫੁੱਲ ਲੋਡ ਦੇ ਉੱਪਰ, ਜੇ ਲੋਡ ਪੂਰਾ ਪਾਵਾਂਗੇ ਤਾਂ ਰੇਟਡ ਵੋਲਟੇਜ ਬਣੂ, ਅਦਰਵਾਈਜ਼ ਨਹੀਂ ਬਣਦੀ। ਅਗਲਾ ਜਨਰੇਟਰ ਪੜ੍ਹਿਆ ਗਿਆ ਸੀ ਕਿਹੜਾ ਜੀ, ਸ਼ੰਟ ਜਨਰੇਟਰ, DC ਸ਼ੰਟ ਜਨਰੇਟਰ, ਸ਼ੰਟ DC ਜਨਰੇਟਰ ਜੋ ਵੀ ਕਹਿ ਲਓ। ਇਹਦੇ ਵਿੱਚ ਅਸੀਂ ਕੀ ਪੜ੍ਹਿਆ, ਇਹਦੇ ਵਿੱਚ ਇਹੀ ਪੜ੍ਹਿਆ ਗਾ ਵੀ ਜਿਹੜੀ ਫੀਲਡ ਵਾਈਂਡਿੰਗ ਹੁੰਦੀ ਆ ਉਹ ਪੈਰਲਲ ਦੇ ਵਿੱਚ ਹੁੰਦੀ ਆ ਆਰਮੇਚਰ ਦੇ, ਅਤੇ ਪੈਰਲਲ ਦੇ ਵਿੱਚ ਰਜਿਸਟੈਂਸ ਲੱਗੀ ਹੁੰਦੀ ਹੈਗੀ ਜਿਹੜੀ ਸਾਡਾ ਲੋਡ ਲੱਗਿਆ ਹੁੰਦਾ ਹੈਗਾ। ਇਹਦੇ ਵਿੱਚ ਨੋ ਲੋਡ ਦੇ ਉੱਪਰ ਵੀ ਰੇਟਡ ਵੋਲਟੇਜ ਬਣੂਗੀ, ਪੂਰੀ ਵੋਲਟੇਜ ਬਣੂਗੀ, ਕਲੀਅਰ। ਜਿਹੜੀ ਇਹਦੀ ਫੀਲਡ ਵਾਈਂਡਿੰਗ ਹੁੰਦੀ ਆ RSH, ਫੀਲਡ ਵਾਈਂਡਿੰਗ ਹੁੰਦੀ ਆ,
ਇਹਦੀ ਜਿਹੜੀ ਰੈਜ਼ਿਸਟੈਂਸ ਹੁੰਦੀ ਹੈਗੀ ਉਹ ਵੱਧ ਹੁੰਦੀ ਹੈ। ਕਿੰਨੇ ਫਿਊ ਸੈਂਕੜੇ ਓਮ, ਕੁਝ ਕੁ ਸੈਂਕੜੇ ਓਹਮ ਰੈਜ਼ਿਸਟੈਂਸ। ਕਿੰਨੀ ਕਿਹਾ ਸੀ ਤੁਹਾਨੂੰ? 700 800 500 ਤੋਂ 700 ਲਗਭਗ। ਅਤੇ ਜਿਹੜੀ ਵਾਈਂਡਿੰਗ ਹੁੰਦੀ ਹੈਗੀ, ਵਾਈਂਡਿੰਗ ਦੀ ਰੈਜ਼ਿਸਟੈਂਸ ਤਾਂ ਵੱਧ ਹੁੰਦੀ ਆ, ਨੰਬਰ ਆਫ ਟਰਨਾਂ ਜਿਹੜੀਆਂ ਹੁੰਦੀਆਂ ਨੇਗੀਆਂ ਉਹ ਵੀ ਵੱਧ ਹੁੰਦੀਆਂ ਨੇ। ਲੋਡ ਦੇ ਵਧਣ ਨਾਲ ਥੋੜ੍ਹੀ ਜਿਹੀ ਵੋਲਟੇਜ ਵੱਧਦੀ ਆ, ਕਾਹਦੇ ਕਰਕੇ? ਆਈ ਏ ਕਰਕੇ। ਫਾਰਮੂਲਾ ਕੀ ਲਿਖਿਆ ਸੀਗਾ? ਈ ਦੇ ਵਿੱਚੋਂ ਸਿਰਫ IARA ਮਾਈਨਸ ਹੋਇਆ ਸੀਗਾ ਅਤੇ VT ਬਚ ਗਿਆ ਸੀਗਾ, ਹੈ ਨਾ। ਇਹੀ ਚੀਜ਼ਾਂ ਲਿਖੀਆਂ ਸੀਗੀਆਂ ਨਾ ਸਾਰੀਆਂ। ਕਾਹਦੇ ਵਾਸਤੇ ਇਹਨੂੰ ਕਿਹਾ ਕੀ ਜਾਂਦਾ? ਕੌਨਸਟੈਂਟ ਵੋਲਟੇਜ ਜਨਰੇਟਰ। ਠੀਕ ਹੈ। ਇਹ ਜਿਹੜਾ ਗ੍ਰਾਫ ਜਿਹੜਾ ਇਹਦਾ ਹੇਠਾਂ ਆਉਂਦਾ ਸੀਗਾ ਮਾੜਾ ਜਿਹਾ ਇੱਦਾਂ ਥੋੜ੍ਹਾ ਜਿਹਾ, ਇਹ ਕਾਹਦੇ ਕਰਕੇ ਆਉਂਦਾ ਸੀਗਾ? IARA ਡਰੋਪ ਕਰਕੇ। ਇਹਨੂੰ ਸਹੀ ਕਰਨ ਵਾਸਤੇ ਆਪਾਂ ਕਿਹੜਾ ਜਨਰੇਟਰ ਬਣਾਇਆ? ਤੀਜੇ ਨੰਬਰ ਵਾਲਾ, DC ਕੰਪਾਊਂਡ ਜਨਰੇਟਰ। DC ਕੰਪਾਊਂਡ ਜਨਰੇਟਰ। ਠੀਕ ਹੈ ਜੀ। ਇਹ ਆ ਬੱਚੇ, ਇਹਦੇ ਵਿੱਚ ਕੀ ਹੈਗਾ? ਫੁੱਲ ਲੋਡ ਦੇ ਉੱਪਰ ਵੀ ਰੇਟਡ ਵੋਲਟੇਜ ਆਉਂਦੀ ਆ, ਵੋਲਟੇਜ ਘੱਟਦੀ ਨਹੀਂ ਹੈਗੀ। ਤਾਂ ਇਹ ਹੈ ਜੀ DC ਜਨਰੇਟਰ ਬਾਰੇ ਸਾਰੀ ਕਹਾਣੀ। ਕੁਛ ਨਹੀਂ ਪਤਾ ਲੱਗਿਆ ਤਾਂ ਤੁਸੀਂ ਪੁੱਛ ਸਕਦੇ ਹੋਗੇ, ਕਲਾਸ 'ਚ ਪੁੱਛ ਲਿਓ, ਚਾਹੇ ਤੁਸੀਂ ਉਹਦੇ ਵਿੱਚ ਜਿਹੜਾ ਤੁਹਾਨੂੰ WhatsApp ਗਰੁੱਪ ਬਣਾਇਆ ਹੋਇਆ ਉਹਦੇ ਵਿੱਚ ਪੁੱਛ ਲਿਓ ਵੀ ਆਹ ਗੱਲ ਕਿਵੇਂ ਹੈ ਜੀ, ਇਹ ਸਮਝ ਨਹੀਂ ਆਈ ਹੈਗੀ, ਤੁਹਾਨੂੰ ਮੈਂ ਸਮਝਾ ਦੂੰਗਾ। ਠੀਕ ਹੈ ਬੱਚਿਓ, ਧੰਨਵਾਦ।